जो जियों जाने तिस अंतर रवै हर नामा बाणी गुरु गुरु है बाणी निज बाणी अमृत सारी गुर बाणी कहे सेवक जन मानै पर तक गुरु निस्तारै बाणी बिरलो विचारसी जे को गुरुमुख होए एह बाणी महापुरख की निज घर वासा होए तुखारी शांत महल्ला पहला बारह माह एक ओंकार सतगुर प्रसाद मंगर महाभला हर गुण अंक समावये गुणवंती गुण रवै मैं पेर निहचल पावये निहचल चतुर सुजान विधाता चंचल जगत सबाया ज्ञान ध्यान गुण अंक समाने प्रभ पाने तां पाया गीत नाद कवित कवे सुन राम नाम दुख भागै नानक सा धन नहा प्यारी अब भगति फिर आगै गीत नाद कवित कवे सुन राम नाम दुख भागै नानक सा धन नहा प्यारी अब भगति फिर आगै वाहिगुरु जी का खालसा वाहिगुरु जी की फतेह। 12 माह तुखारी विचों मगर महीने का पाठ आप जी ने सरवण किया है।
इस दी विचार भाई हरप्रीत सिंह जी प्रचारक दिल्ली से गुरुद्वारा प्रबंधक कमेटी आप जी नूं सरवण करवाउणगे। अज 8वें पातशाह बाला प्रीतम सतगुरु जिस डिठै सब दुख जाए इन्हां अजमतां दे मालक दाता जी दा ज्योति जोत समाउण दा गुरपुरब है। गुरुद्वारा बाला साहब जो दिल्ली आश्रम दे इलाके विच है, जिथे सतगुरु ज्योति जोत समाए सन, अज अमृत वेले तो दीवान सजे हुए हैं। रात तक निरंतर ये समागम चलने हैं। बहुत श्रद्धा सत्कार दे नाल सतगुरां दा ये पावन गुरपुरब दिल्ली दियां संगतां दिल्ली से गुरुद्वारा प्रबंधक कमेटी मना रही है। अज दे ही दिन गुरु 8वें पातशाह जी ने बाबा बसे ग्राम बकाले दे ये बचन अगों गुरियाई बख्शण लगिया कहे सन अते 9वें पातशाह गुरु तेग बहादुर साहब महाराज नूं गुरियाई बख्शी सी। सो अज 9वें पातशाह जी का गुरता गद्दी निशानी गुरपुरब है। अज दो बहुत पवित्र दिहाड़े हैं। सारिਆਂ ਨੂੰ बेनती है भाई सेवा करके हाजरियां भर के गुरु कियां बख्शिशां प्राप्त करो जी। वाहिगुरु जी का खालसा वाहिगुरु जी की फतेह। वाहिगुरु साहिब जी तुमरे गुण क्या कहाँ मेरे सतगुरा। जब गुर बोले तब बिस्म होए जाए। हम जैसे अपराधी अवर कोई रखे। जैसे हम सतगुर राख लिए छड़ाए। तू गुर पिता तू है गुर माता। तू गुर बंदप मेरा सखा सखाए। जो हमारी बिद होती मेरे सतगुरा। सा बिद तुम हर जानो आपे। हम रुलते फिरते कोई बात ना पूछता। गुर सतगुर संग कीरे हम थापे। धन धन गुरु नानक जन केरा। जित मिले चूके सब सोग संतापे। धन धन गुरु नानक जन केरा। जित मिले
ਚੂਕੇ ਸਭ ਸੋਗ ਸੰਤਾਪੇ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ ਸ਼ਬਦ ਸਤਿਗੁਰੂ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਅਤ ਸਤਿਕਾਰਯੋਗ ਸਤ ਸੰਗੀ ਜਨੋ, ਅਕਾਲ ਪੁਰਖ ਜੀ ਨੇ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ, ਜੋ ਕਿ ਆਪ ਸਭ ਧੰਨ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਸਾਹਿਬਾਂ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਗੁਰੂ ਪਿਆਰ ਵਾਲਿਆਂ ਪਾਸੋਂ ਸਾਹਿਬਾਂ ਦੀ ਪਾਵਨ ਬਾਣੀ ਆਸਾ ਦੀ ਵਾਰ ਦੇ ਗੁਰ ਸ਼ਬਦ ਕੀਰਤਨ ਸਰਵਣ ਕਰ ਰਹੇ ਸੋ। ਸਮਾਂ ਹੈ ਪਾਵਨ ਅਸਥਾਨ ਤੇ ਚੱਲ ਰਹੀ ਲੜੀਵਾਰ ਗੁਰ ਸ਼ਬਦ ਵਿਚਾਰ ਦਾ। ਪਾਵਨ ਲੜੀਵਾਰ ਵਿਚਾਰ ਚੱਲ ਰਹੀ ਹੈ ਤੁਖਾਰੀ ਰਾਗ ਦੇ ਅੰਦਰ। ਪਾਵਨ ਬਾਣੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੀ ਹੋਈ 12 ਮਾਹ ਦੀ ਪਾਵਨ ਬਾਣੀ। ਪਾਵਨ ਵਿਚਾਰ ਅੱਜ ਜੋ ਆਪਾਂ ਨੇ ਕਰਨੀ ਹੈ ਮੱਘਰ ਦੇ ਮਹੀਨੇ ਦੀ, ਇਸ ਪ੍ਰਥਾਏ ਜੋ ਗੁਰੂ ਸਾਹਿਬ ਜੀ ਉਪਦੇਸ਼ ਬਖਸ਼ਿਸ਼ ਕਰਦੇ ਨੇ। ਪਾਵਨ ਬਾਣੀ ਦਾ ਮੂਲ ਪਾਠ ਆਪਾਂ ਸਭ ਨੇ ਹੀ ਸਤਿਕਾਰਯੋਗ ਸਿੰਘ ਸਾਹਿਬ ਜੀ ਪਾਸੋਂ ਸਰਵਣ ਕੀਤਾ ਹੈ। ਧੰਨ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਸਾਨੂੰ ਜੀਵਨ ਸਫਲਾ ਕਰਨ ਦੇ ਲਈ ਜੋ ਪਾਵਨ ਉਪਦੇਸ਼ ਅੱਜ ਦੇ ਬਚਨਾਂ ਦੇ ਰਾਹੀਂ ਸਾਨੂੰ ਸਮਝਾਉਣਾ ਕਰਦੇ ਨੇ। ਸਾਹਿਬਾਂ ਜੀ ਦੇ ਪਾਵਨ ਇਹ ਬਚਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਕ 1109 ਉੱਪਰ ਸੁਭਾਏਮਾਨ ਹਨ। ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ। ਸੋ ਆਓ ਆਪਣੀਆਂ ਮਨੋਬਿਰਤੀਆਂ ਇਕਾਗਰ ਕਰੀਏ। ਪਾਵਨ ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਕਲਗੀਧਰ ਪਾਤਸ਼ਾਹ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ। ਕੋਈ ਵੀ ਰਸਨਾ ਵਾਂਝੀ ਨਾ ਰਹੇ, ਸਾਰੇ ਹੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਅੱਜ ਆਪਾਂ ਨੇ ਪਾਵਨ ਗੁਰਬਾਣੀ ਦੀ ਵਿਚਾਰ ਨੂੰ ਸਮਝਣ ਦਾ ਯਤਨ ਕਰਨਾ ਹੈ, ਇਸ ਦੇ ਨਾਲ ਹੀ ਅੱਜ ਦੋ ਪਾਵਨ ਗੁਰਪੁਰਬ ਵੀ ਹਨ। ਬਾਲਾ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਵੀ ਅੱਜ ਦੇ ਦਿਨ ਹੀ ਹੈ, ਅਤੇ ਇਸ ਦੇ ਨਾਲ ਹੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਗੁਰਤਾ ਗੱਦੀ ਦਿਵਸ ਵੀ ਅੱਜ ਦੇ ਦਿਨ ਹੀ ਹੈ। ਸੋ ਸਭ ਤੋਂ ਪਹਿਲਾਂ ਆਪਾਂ ਸਤਿਗੁਰਾਂ ਜੀ ਦੇ ਜੀਵਨ ਦੇ ਬਾਰੇ ਕੁਝ ਵਿਚਾਰਾਂ ਸਾਂਝੀਆਂ ਕਰਾਂਗੇ। ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ 1656 ਈਸਵੀ ਨੂੰ ਮਾਤਾ ਕਿਸ਼ਨ ਕੌਰ ਜੀ ਦੀ ਕੁੱਖੋਂ ਗੁਰੂ ਹਰਿ ਸਾਹਿਬ ਜੀ ਦੇ ਗ੍ਰਹਿ ਵਿਖੇ ਕੀਰਤਪੁਰ ਸਾਹਿਬ ਵਿਖੇ ਹੋਇਆ। ਜਿਸ ਪਾਵਨ ਅਸਥਾਨ ਤੇ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਹੋਇਆ, ਉਸ ਸਥਾਨ ਤੇ ਪਾਵਨ ਗੁਰਦੁਆਰਾ ਸ਼ੀਸ਼ ਮਹਿਲ ਸੁਸ਼ੋਭਿਤ ਹੈ। ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਸਤਿਗੁਰੂ ਜੀ ਤਿਨਾਂ ਦੇ ਜੀਵਨ ਦੇ ਬਾਰੇ ਆਪਾਂ ਜੋ ਵਿਚਾਰ ਸਾਂਝੀ ਕਰ ਰਹੇ ਹਾਂ, ਸਭ ਤੋਂ ਛੋਟੀ ਉਮਰ ਦੇ ਹੋਏ ਹਨ। ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਤਿਨਾਂ ਦੇ ਜੀਵਨ ਕਾਲ ਦਾ ਸਮਾਂ ਤਕਰੀਬਨ 8 ਕੁ ਸਾਲ ਦਾ ਹੈ। ਤੇ ਨਾਲ ਹੀ ਸਾਨੂੰ ਇੱਥੋਂ ਇਹ ਗੱਲ ਦੀ ਸਮਝ ਸਹਿਜੇ ਹੀ ਲੱਗ ਜਾਣੀ ਚਾਹੀਦੀ ਹੈ ਕਿ ਉਸ ਪ੍ਰਭੂ ਦੀ ਬਖਸ਼ਿਸ਼, ਉਸ ਮਾਲਿਕ ਦੀ ਰਹਿਮਤ
ਕਿਸੇ ਵੀ ਉਮਰ ਦੇ ਵਿੱਚ ਹੋ ਸਕਦੀ ਹੈ। ਇਹ ਨਹੀਂ ਜ਼ਰੂਰੀ ਕਿ ਇਹ ਮਨੁੱਖ ਸੋਚੇ ਵੀ ਸ਼ਾਇਦ ਲੰਬੇਰੀ ਉਮਰ ਵਾਲੇ ਕੋਲ ਹੀ ਵੱਧ ਗਿਆਨ ਅਤੇ ਸਮਝ ਹੋ ਸਕਦੀ ਹੈ। ਉਮਰ ਦੇ ਹਿਸਾਬ ਨਾਲ ਤਜਰਬਾ ਤੇ ਮਿਲ ਜਾਂਦਾ ਹੈ, ਪਰ ਗਿਆਨ ਸੋਝੀ ਉਹ ਪਰਮੇਸ਼ਰ ਜਿਹਦੇ ਤੇ ਕਿਰਪਾ ਕਰਦਾ ਹੈ, ਉਹ ਕਿਸੇ ਵੀ ਉਮਰ ਦੇ ਵਿੱਚ ਮਿਲ ਜਾਂਦੀ ਹੈ। ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਦਾ ਬਚਪਨ ਦਾ ਸੁਭਾਅ, ਜਿਸ ਵੇਲੇ ਗੁਰੂ ਹਰਿਰਾਏ ਸਾਹਿਬ ਜੀ ਸੰਗਤਾਂ ਨੂੰ ਉਪਦੇਸ਼ ਕਰਦੇ ਹੁੰਦੇ ਸਨ ਅਤੇ ਜੋ ਗੁਰੂ ਸਾਹਿਬ ਜੀ ਨੇ ਦਵਾਖਾਨਾ ਖੋਲ੍ਹਿਆ ਹੋਇਆ ਸੀ ਉਸ ਵਿੱਚ ਜਾ ਕੇ ਰੋਗੀਆਂ ਦੀ ਸੇਵਾ ਕਰਨੀ, ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਆਪਣੇ ਪਿਤਾ ਗੁਰੂ ਹਰਿਰਾਏ ਸਾਹਿਬ ਜੀ ਦੇ ਨਾਲ ਜਾਂਦੇ ਸਨ ਅਤੇ ਸਤਿਗੁਰੂ ਜੀ ਦੇ ਉਪਦੇਸ਼ ਨੂੰ ਬਹੁਤ ਧਿਆਨ ਦੇ ਨਾਲ ਸਰਵਣ ਕਰਦੇ ਸਨ। ਇਤਿਹਾਸਕਾਰ ਇਹ ਗੱਲ ਲਿਖਦੇ ਹਨ ਕਿ ਕੋਈ 4 ਕੁ ਸਾਲ ਦੀ ਉਮਰ ਤੱਕ ਹੀ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀਆਂ ਜ਼ੁਬਾਨੀ ਕੰਠ ਕੀਤੀਆਂ ਅਤੇ ਉਹਨਾਂ ਦੀ ਜੋ ਯਾਦ ਸ਼ਕਤੀ ਸੀ ਬਹੁਤ ਤੇਜ਼ ਸੀ। ਕਿਸੇ ਗੱਲ ਨੂੰ ਸੁਣ ਕੇ ਬਹੁਤ ਛੇਤੀ ਉਹਨਾਂ ਨੂੰ ਉਹ ਗੱਲ ਯਾਦ ਹੋ ਜਾਂਦੀ ਸੀ। ਜਿਸ ਵੇਲੇ ਤਕਰੀਬਨ 1657 ਦੀ ਇਹ ਗੱਲ ਹੈ, ਦਿੱਲੀ ਦਾ ਬਾਦਸ਼ਾਹ, ਹਿੰਦੁਸਤਾਨ ਦਾ ਬਾਦਸ਼ਾਹ, ਦਿੱਲੀ ਦੇ ਤਖਤ ਤੇ ਬੈਠਾ ਸ਼ਾਹਜਹਾਨ, ਉਹ ਬਿਮਾਰ ਹੋ ਜਾਂਦਾ ਹੈ ਅਤੇ ਇਹ ਗੱਲ ਫੈਲ ਜਾਂਦੀ ਹੈ ਲੋਕਾਂ ਦੇ ਵਿੱਚ ਕਿ ਜਾਂ ਤੇ ਉਹਦੀ ਮੌਤ ਹੋ ਚੁੱਕੀ ਹੈ ਜਾਂ ਉਹਨੂੰ ਐਸੀ ਬਿਮਾਰੀ ਹੋ ਗਈ ਜਾਂ ਉਹਨੇ ਬਹੁਤਾ ਲੰਮੇ ਸਮੇਂ ਤੱਕ ਨਹੀਂ ਹੁਣ ਰਹਿ ਸਕਣਾ। ਇਸ ਗੱਲ ਦਾ ਫਾਇਦਾ ਚੁੱਕਦੇ ਹੋਏ ਉਹਦੇ 4 ਪੁੱਤਰਾਂ ਨੇ, ਜਿਨ੍ਹਾਂ ਵਿੱਚ ਦਾਰਾ ਸ਼ਿਕੋਹ, ਔਰੰਗਜ਼ੇਬ, ਮੁਰਾਦ ਅਤੇ ਸ਼ਾਹ ਸੁਜਾ, ਇਹ 4 ਪੁੱਤਰ ਜਿਹੜੇ ਸ਼ਾਹਜਹਾਨ ਦੇ ਨੇ, ਇਹਨਾਂ 4 ਦੇ ਅੰਦਰ ਹੀ ਤਖਤ ਨੂੰ ਹਾਸਲ ਕਰਨ ਦੀ ਜਿਹੜੀ ਚਾਹਤ ਬਣ ਜਾਂਦੀ ਹੈ ਤੇ ਚਾਰੋਂ ਆਪਣੇ ਆਪਣੇ ਰਾਜਾਂ ਵਿੱਚੋਂ ਫੌਜਾਂ ਲੈ ਕੇ ਤੇ ਆਗਰੇ ਦੇ ਵੱਲ ਚੜ੍ਹਾਈ ਕਰਦੇ ਹਨ। ਪਰ ਔਰੰਗਜ਼ੇਬ ਆਪਣੀ ਕੁਟਲ ਨੀਤੀ ਦੇ ਕਰਕੇ, ਆਪਣੀ ਸਿਆਸੀ ਪੈਂਤੜੇਬਾਜ਼ੀ ਕਰਕੇ ਸਫਲ ਹੋ ਜਾਂਦਾ ਹੈ। ਉਹ ਤਖਤ ਤੇ ਬੈਠਦਾ ਹੈ, ਆਪਣੇ ਪਿਓ ਸ਼ਾਹਜਹਾਨ ਨੂੰ ਆਗਰੇ ਦੇ ਵਿੱਚ ਜੋ ਲਾਲ ਕਿਲ੍ਹਾ ਸੀ ਉਹਦੇ ਵਿੱਚ ਕੈਦ ਕਰ ਦਿੰਦਾ ਹੈ ਅਤੇ ਆਪਣੇ ਭਰਾਵਾਂ ਦਾ ਵੀ ਕਤਲ ਕਰ ਦਿੰਦਾ ਹੈ। ਤੇ ਜਦੋਂ ਤਖਤ ਤੇ ਬੈਠਦਾ ਹੈ, ਆਪਣੇ ਭਰਾਵਾਂ ਦੀ ਛਾਤੀ ਤੇ ਪੈਰ ਰੱਖ ਕੇ ਉਹਨਾਂ ਨੂੰ ਮਾਰ ਕੇ ਤੇ ਤਖਤ ਤੇ ਬੈਠਦਾ ਹੈ, ਜਦੋਂ ਹੁਣ ਉਹਦੇ 4 ਪਾਸੇ ਦੀ ਜਿਹੜੀ ਲੋਬੀ ਹੈ ਉਹ ਉਹਦੇ ਕੰਨ ਭਰਦੀ ਹੈ। ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਦੇ ਨਾਲ ਸ਼ੁਰੂ ਤੋਂ ਹੀ ਸਰਕਾਰ ਨੇ ਜਾਂ ਵਿਰੋਧੀਆਂ ਨੇ ਇਸ ਵਿਚਾਰਧਾਰਾ ਨੂੰ ਖਤਮ ਕਰਨ ਦਾ ਆਪਣੇ ਆਪਣੇ ਸਮੇਂ ਤੇ ਭਰਪੂਰ ਯਤਨ ਕੀਤਾ ਸੀ। ਔਰੰਗਜ਼ੇਬ ਦੇ ਵੀ ਕੰਨ ਭਰੇ ਚੁਗਲਖੋਰਾਂ ਨੇ ਕਿ ਦਾਰਾ ਸ਼ਿਕੋਹ ਦੀ ਮਦਦ ਕੀਤੀ ਸੀ ਗੁਰੂ ਹਰਿਰਾਏ ਸਾਹਿਬ ਜੀ ਨੇ। ਜਿਸ ਵੇਲੇ ਉਹ ਜੰਗ ਦੇ ਮੈਦਾਨ ਵਿੱਚ ਹਾਰ ਕੇ ਭੱਜਦਾ ਹੈ ਪੰਜਾਬ ਦੇ ਵੱਲ ਤੇ ਉਸ ਨੂੰ ਬਿਆਸ ਦਰਿਆ ਪਾਰ ਕਰਵਾਇਆ ਅਤੇ ਲਾਹੌਰ ਪਹੁੰਚਾਇਆ। ਇਹ ਇਲਜ਼ਾਮ ਗੁਰੂ ਹਰਿਰਾਏ ਸਾਹਿਬ ਜੀ ਤੇ ਉਹ ਚੁਗਲਖੋਰ, ਉਹ ਵਿਰੋਧੀ ਧਿਰਾਂ ਜਿਹੜੀਆਂ ਨੇ, ਇਹ ਗੱਲ ਕਹਿ ਕੇ ਔਰੰਗਜ਼ੇਬ ਦੇ ਕੰਨ ਭਰਦੀਆਂ ਹਨ। ਤੇ ਹਾਕਮ ਵੀ ਕੰਨਾਂ ਦੇ ਕੱਚੇ ਹੁੰਦੇ ਨੇ, ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਵੀ ਸਾਡਾ ਵਿਰੋਧੀ ਕੌਣ ਹੈ। ਜਦੋਂ ਕੋਈ ਧਿਰ ਜਿੱਤ ਕੇ ਤੇ ਰਾਜ ਨੂੰ ਹਾਸਲ ਕਰਦੀ ਹੈ, ਫਿਰ ਉਹ ਇਸ ਗੱਲ ਤੇ ਯਤਨ ਕਰਦੀ ਹੈ ਵੀ ਕੋਈ ਵੀ ਉਹਦਾ ਵਿਰੋਧੀ ਸੀ ਉਹਨੂੰ ਸਖਤ ਤੋਂ ਸਖਤ ਸਜ਼ਾ ਮਿਲ ਸਕੇ ਅਤੇ ਉਹਦੇ ਨਾਲ ਜਿਨ੍ਹਾਂ ਨੇ ਉਹਨਾਂ ਦੇ ਵਿਰੋਧੀਆਂ ਦਾ ਸਾਥ ਦਿੱਤਾ ਉਹਨਾਂ ਨੂੰ ਵੀ ਨਾ ਬਖਸ਼ਿਆ ਜਾਏ। ਇਸ ਕਰਕੇ ਔਰੰਗਜ਼ੇਬ ਨੇ ਹੁਕਮ ਕੀਤਾ ਗੁਰੂ ਹਰਿਰਾਏ ਸਾਹਿਬ ਜੀ ਦੇ ਬਾਬਤ ਕਿ ਉਹਨਾਂ ਨੂੰ ਦਿੱਲੀ ਬੁਲਾਇਆ ਜਾਏ, ਤਲਬ ਕੀਤਾ ਜਾਵੇ, ਉਹਨਾਂ ਤੋਂ ਇਹ ਗੱਲਾਂ ਬਾਰੇ ਉਹਨਾਂ ਦੇ ਨਾਲ ਵਿਚਾਰ ਕੀਤੀ ਜਾਵੇ। ਗੁਰੂ ਸਾਹਿਬ ਜੀ ਤੱਕ ਕੀਰਤਪੁਰ ਸਾਹਿਬ ਵਿਖੇ ਸੁਨੇਹਾ ਪਹੁੰਚਦਾ ਹੈ। ਗੁਰੂ ਹਰਿਰਾਏ ਸਾਹਿਬ ਜੀ ਆਪ ਨਾ ਜਾ ਕੇ ਆਪਣੇ ਵੱਡੇ ਸਪੁੱਤਰ ਬਾਬਾ ਰਾਮ ਰਾਏ ਜੀ ਨੂੰ ਸਮਝਾਉਣਾ ਕਰਦੇ ਨੇ ਅਤੇ ਉਹਨਾਂ ਨੂੰ ਭੇਜਣਾ ਕਰਦੇ ਨੇ।
कि बादशाह तो किसी प्रकार का कोई डर नहीं अपने मन में रखना, जो वो गल्लां कवे उहदा निडरता दे नाल जवाब देना है, ते गुरु नानक तुहाडे संग है। ये कह के ये बचन करके गुरु हरिराय साहब जी बाबा राम राय जी नूं दिल्ली भेजते ने। दिल्ली आउंदा है राम राय, उहदी आओ भगत होंदी है औरंगजेब दे वलों, ते ਉਹ औरंगजेब दीयां गल्लां विच आ जांदा है। भावें बहुत सियाणा सी, समझदार सी राम राय, पर जदों ਉਹਨੂੰ आदर सत्कार सरकारी दरबारे मिलिया ते ਉਹਦੇ मन दे विच कई तरह दीयां लालसावां ख्वाहिशां पैदा होईयां। औरंगजेब दे कहण ते ਉਹਨੇ कई तरह दीयां करामातां ਜਿਹੜੀਆਂ दिखाउणियां ਉਹ भी उसने मन लईयां। ते इतिहासकार लिखते ने ਉਹਨੇ कई तरह दीयां करामातां करके दिखाईयां, ਜਿਹਦੇ ਵਿੱਚੋਂ ਕੁਝ ਕੁ ਦਾ ਜ਼ਿਕਰ ਆਉਂਦਾ ਹੈ, ਜਿਵੇਂ ਖੂਹ ਦੇ ਉੱਤੇ ਚਾਦਰ ਵਿਛਾ ਕੇ ਅਤੇ ਉਹਦੇ ਉੱਤੇ ਬੈਠ ਜਾਣਾ। ਤੇ ਇਹਦੇ ਬਾਬਤ ਇਹ ਵਿਚਾਰ ਦੱਸੀ ਜਾਂਦੀ ਹੈ, ਦਿੱਲੀ ਦੇ ਵਿੱਚ ਗੁਰਦੁਆਰਾ ਮਜਨੂ ਟਿੱਲਾ ਸਾਹਿਬ ਵਿਖੇ ਜਦੋਂ ਆਪਾਂ ਪਾਵਨ ਸਥਾਨ ਤੇ ਦਰਸ਼ਨ ਕਰਨ ਜਾਂਦੇ ਹਾਂ ਤੇ ਗੁਰਦੁਆਰਾ ਸਾਹਿਬ ਜੀ ਦੇ ਬਾਹਰ ਹੀ ਖੱਬੇ ਪਾਸੇ ਖੂਹ ਬਣਿਆ ਹੋਇਆ ਹੈ। ਦੱਸਿਆ ਜਾਂਦਾ ਵੀ ਉੱਥੇ ਉਹੀ ਉਹ ਪਾਵਨ ਸਥਾਨ ਹੈ ਜਿੱਥੇ ਰਾਮ ਰਾਏ ਨੇ ਉਹ ਕਰਾਮਾਤ ਦਿਖਾਈ ਸੀ। ਖੈਰ ਜਦੋਂ ਉਹ ਵਿਰੋਧੀ ਧਿਰਾਂ ਦੇਖਦੀਆਂ ਨੇ ਵੀ ਅਸੀਂ ਤਾਂ ਸੱਦਿਆ ਸੀ ਕਿਸੇ ਹੋਰ ਕਰਕੇ, ਪਰ ਔਰੰਗਜ਼ੇਬ ਤੇ ਰਾਮ ਰਾਏ ਤੋਂ ਪ੍ਰਭਾਵਿਤ ਹੋ ਰਿਹਾ ਹੈ, ਅਸੀਂ ਜਿਹੜੀ ਚਾਲ ਚੱਲਣਾ ਚਾਹੁੰਦੇ ਸਾਂ ਉਹਦੇ ਵਿੱਚ ਉਹ ਕਾਮਯਾਬ ਹੁੰਦੇ। ਉਹ ਆਪਣੇ ਆਪ ਨੂੰ ਨਾ ਨਜ਼ਰ ਜਦੋਂ ਆਏ ਤੇ ਉਹਨਾਂ ਨੇ ਔਰੰਗਜ਼ੇਬ ਦੇ ਕੰਨ ਭਰੇ ਵੀ ਇਹਨਾਂ ਦਾ ਜੋ ਧਾਰਮਿਕ ਗ੍ਰੰਥ ਹੈ ਉਹਦੇ ਵਿੱਚ ਜੋ ਇਹ ਗੱਲ ਲਿਖੀ ਹੋਈ ਹੈ, ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ, ਇਹ ਉਹਨਾਂ ਨੇ ਕੰਨ ਭਰੇ ਵੀ ਇਸਲਾਮ ਦੀ ਨਿੰਦਿਆ ਕੀਤੀ ਗਈ ਹੈ, ਬੁਰਾ ਕਿਹਾ ਹੈ। ਤੇ ਤੁਸੀਂ ਰਾਮ ਰਾਏ ਤੋਂ ਇਹਦੇ ਬਾਰੇ ਸਪਸ਼ਟੀਕਰਨ ਲਵੋ, ਪੁੱਛੋ ਉਹਨੂੰ ਵੀ ਇਹਦਾ ਮਤਲਬ ਕੀ ਹੈ, ਕਿਉਂ ਲਿਖਿਆ ਐਵੇਂ। ਤੇ ਰਾਮ ਰਾਏ ਖੁਸ਼ਾਮਦ ਕਰਨ ਲੱਗ ਪਿਆ ਸੀ ਅਤੇ ਉਹ ਵੀ ਸਰਕਾਰੀ ਦਰਬਾਰੇ ਐਸ਼ੋ ਆਰਾਮ ਉਹਦੇ ਮਨ ਨੂੰ ਇਸ ਤਰ੍ਹਾਂ ਭਾ ਗਿਆ ਵੀ ਉਹਨੇ ਔਰੰਗਜ਼ੇਬ ਨੂੰ ਇਹ ਇੱਥੋਂ ਤੱਕ ਕਹਿ ਦਿੱਤਾ ਵੀ ਇਹ ਲਿਖਾਰੀ ਦੀ ਭੁੱਲ ਗਲਤੀ ਹੋਈ ਹੈ, ਅਸਲ ਦੇ ਵਿੱਚ ਮੁਸਲਮਾਨ ਦੀ ਥਾਂ ਤੇ ਬੇਈਮਾਨ ਲਿਖਿਆ ਹੈ, ਲਿਖਾਰੀ ਦੀ ਗਲਤੀ ਕਰਕੇ ਸਭ ਕੁਝ ਹੋਇਆ ਹੈ। ਔਰੰਗਜ਼ੇਬ ਦੀ ਤਾਂ ਭਾਵੇਂ ਉਹਨੇ ਇਸ ਤਰ੍ਹਾਂ ਕਹਿ ਕੇ ਖੁਸ਼ੀ ਹਾਸਲ ਕਰ ਲਈ, ਪਰ ਜਦੋਂ ਇਹ ਗੱਲ ਗੁਰੂ ਹਰਿਰਾਏ ਸਾਹਿਬ ਜੀ ਤੱਕ ਪਹੁੰਚਦੀ ਹੈ ਸਿੱਖਾਂ ਦੇ ਰਾਹੀਂ, ਤੇ ਗੁਰੂ ਸਾਹਿਬ ਜੀ ਉਸੇ ਵੇਲੇ ਬਚਨ ਕਰਦੇ ਨੇ ਵੀ ਅੱਜ ਤੋਂ ਬਾਅਦ ਉਸ ਨੂੰ ਮੈਂ ਆਪਣੇ ਮੂੰਹ ਨਹੀਂ ਲਾਉਣਾ। ਜਿਹੜਾ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਕਲਾਮ ਬਚਨਾਂ ਦੇ ਬਾਬਤ ਇਹੋ ਜੀ ਗੱਲ ਜਿਹੜਾ ਕਹਿੰਦਾ ਹੈ ਉਹ ਸਾਡਾ ਪੁੱਤਰ ਨਹੀਂ, ਉਹਨੂੰ ਅਸੀਂ ਆਪਣੇ ਮੱਥੇ ਹੁਣ ਨਹੀਂ ਲਾਉਣਾ, ਉਸ ਨੂੰ ਕਹਿ ਦਿਓ ਜਿੱਧਰ ਜਾਣਾ ਚਾਹੇ ਜਾ ਸਕਦਾ ਹੈ। ਇੱਥੋਂ ਇਹ ਗੱਲ ਸਾਨੂੰ ਸਪਸ਼ਟ ਆਉਂਦੀ ਹੈ ਵੀ ਗੁਰੂ ਸਾਹਿਬ ਜੀ ਦਾ ਬਾਣੀ ਦੇ ਪ੍ਰਤੀ ਕਿੰਨਾ ਪ੍ਰੇਮ ਸੀ, ਕਿੰਨਾ ਸਤਿਕਾਰ ਸੀ। ਸਤਿਗੁਰ ਜੀ ਸਭ ਤੋਂ ਪਹਿਲ ਬਾਣੀ ਨੂੰ ਦਿੰਦੇ ਸਨ। ਬਾਣੀ ਦੇ ਸਿਧਾਂਤਾਂ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਸਮਝੌਤਾ ਨਹੀਂ ਸਨ ਕਰਦੇ, ਭਾਵੇਂ ਉਹ ਉਹਨਾਂ ਦਾ ਆਪਣਾ ਸਪੁੱਤਰ ਹੀ ਕਿਉਂ ਨਾ ਸੀ। ਤੇ ਇਸ ਤੋਂ ਬਾਅਦ ਗੁਰੂ ਹਰਿਰਾਏ ਸਾਹਿਬ ਜੀ ਸਤਿਗੁਰੂ ਜੀ ਜਿਸ ਵੇਲੇ ਜਾਣਦੇ ਨੇ 1661 ਦੇ ਵਿੱਚ ਕਿ ਉਹਨਾਂ ਦਾ ਅੰਤਮ ਸਮਾਂ ਜਦੋਂ ਨੇੜੇ ਆ ਰਿਹਾ ਹੈ, ਤੇ ਯੋਗਤਾ ਨੂੰ ਵੇਖਦੇ ਹੋਏ ਉਹ ਗੁਰਤਾ ਗੱਦੀ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਨੂੰ ਸੌਂਪਣਾ ਕਰਦੇ ਨੇ। ਕੁਝ ਇਤਿਹਾਸਕਾਰ ਇਹ ਵਿਚਾਰਾਂ ਵੀ ਦੱਸਦੇ ਨੇ, ਕੁਝ ਸਾਖੀਆਂ, ਕਿ ਜਿਵੇਂ ਬਚਪਨ ਦੇ ਵਿੱਚ ਇੱਕ ਸਮਾਂ ਸੀ ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਅਤੇ ਬਾਬਾ ਰਾਮ ਰਾਏ ਉਸ ਮਾਲਕ ਦੇ ਧਿਆਨ ਦੇ ਵਿੱਚ ਜੁੜੇ ਹੋਏ ਸਨ, ਉਸ ਪ੍ਰਭੂ ਦਾ ਸਿਮਰਨ ਕਰ ਰਹੇ ਸਨ। ਤੇ ਸਤਿਗੁਰੂ ਜੀ ਇਹ ਪਰਖਣਾ ਚਾਹੁੰਦੇ ਸਨ ਵੀ ਅਸਲ ਵਿੱਚ ਕਿਹਦੀ ਬਿਰਤੀ ਜਿਹੜੀ ਹੈ ਉਸ ਮਾਲਕ ਨਾਲ ਜੁੜੀ ਹੋਈ ਹੈ, ਤੇ ਤਾਂ ਕਿ ਸੰਗਤਾਂ ਦੇ ਵਿੱਚ ਵੀ ਇਸ ਗੱਲ ਦਾ ਪਤਾ ਲੱਗ ਸਕੇ ਵੀ ਕੌਣ ਜ਼ਿਆਦਾ ਯੋਗ ਹੈ। ਤੇ ਇੱਕ ਸਿੱਖ ਨੂੰ ਸੂਈ ਦੇ ਕੇ ਭੇਜਦੇ ਹਨ ਕਿ ਜਾ ਕੇ ਆਖਦੇ ਨੇ ਵੀ ਦੋਨਾਂ ਨੂੰ ਹੀ ਚੋਬਣਾ
ਤੇ ਜਿਹੜਾ ਪੀੜ ਮਹਿਸੂਸ ਕਰੇ ਸਮਝ ਲਵਾਂਗੇ ਵੀ ਉਹਦੀ ਇਕਾਗਰਤਾ ਹਜੇ ਰੱਬ ਨਾਲ ਨਹੀਂ ਬਣੀ। ਜਦੋਂ ਉਹੀ ਸੂਈ ਉਹ ਸਿੱਖ ਬਾਲ ਹਰਕ੍ਰਿਸ਼ਨ ਸਾਹਿਬ ਜੀ ਦੇ ਚੁੱਭਦਾ ਹੈ ਤੇ ਉਹਨਾਂ ਨੂੰ ਮਹਿਸੂਸ ਨਹੀਂ ਹੁੰਦੀ, ਪਰ ਜਦੋਂ ਉਹੀ ਸੂਈ ਰਾਮ ਰਾਏ ਨੂੰ ਚੁੱਭੀ ਜਾਂਦੀ ਹੈ ਤੇ ਉਹ ਪੀੜ ਮਹਿਸੂਸ ਕਰਦਾ ਹੈ, ਸੀ ਉਹਦੇ ਮੂੰਹ ਤੋਂ ਨਿਕਲਦੀ ਹੈ। ਹੁਣ ਕਈਆਂ ਨੂੰ ਇਹ ਗੱਲ ਕਰਾਮਾਤ ਵਰਗੀ ਲੱਗਣੀ ਹੈ, ਪਰ ਤੁਸੀਂ ਵੇਖੋ ਜਦੋਂ ਧਿਆਨ ਦੇ ਨਾਲ ਕਈ ਵਾਰ ਛੋਟੇ ਹੁੰਦਿਆਂ ਜਦੋਂ ਖੇਡੀ ਦਾ ਹੁੰਦਾ ਸੀ ਜਾਂ ਬੱਚੇ ਜਦੋਂ ਖੇਡਦੇ ਨੇ ਤੇ ਆਪਣੀ ਖੇਡ ਦੇ ਵਿੱਚ ਉਹ ਇਸ ਤਰ੍ਹਾਂ ਉਹਨਾਂ ਦਾ ਧਿਆਨ ਜੁੜਿਆ ਹੁੰਦਾ ਹੈ। ਕਈ ਵਾਰ ਕਿਤੇ ਗਿੱਟੇ ਤੇ ਕਿਤੇ ਗੋਡੇ ਤੇ ਸੱਟ ਲੱਗ ਜਾਂਦੀ ਹੈ, ਪਰ ਉਹਦਾ ਪਤਾ ਨਹੀਂ ਲੱਗਦਾ ਜਦੋਂ ਤੱਕ ਉਹ ਖੇਡ ਰਹੇ ਨੇ। ਉਹਨਾਂ ਦਾ ਉਸ ਕੰਮ ਦੇ ਵਿੱਚ ਧਿਆਨ ਜੁੜਿਆ, ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਵੀ ਮੇਰੇ ਸੱਟ ਵੱਜੀ ਹੈ, ਭਾਵੇਂ ਖੂਨ ਨਿਕਲ ਰਿਹਾ ਹੋਵੇ। ਪਰ ਹਾਂ, ਜਦੋਂ ਖੇਡਣ ਤੋਂ ਬਾਅਦ ਉਹਨਾਂ ਨੂੰ ਆਪਣਾ ਜ਼ਖਮ ਦਿਸਦਾ ਹੈ ਤੇ ਫਿਰ ਉਹਨਾਂ ਨੂੰ ਪੀੜ ਮਹਿਸੂਸ ਹੁੰਦੀ ਹੈ। ਇਸੇ ਪ੍ਰਕਾਰ ਹੀ ਜਦੋਂ ਆਪਣੇ ਕਿਸੇ ਕਾਰਜ ਵਿੱਚ ਬੰਦੇ ਦਾ ਧਿਆਨ ਜੁੜਿਆ ਹੁੰਦਾ ਹੈ, ਇਕਾਗਰਤਾ ਜਦੋਂ ਜੁੜੀ ਹੁੰਦੀ ਹੈ, ਫਿਰ ਇਸ ਤਰ੍ਹਾਂ ਦੀ ਕੋਈ ਵੀ ਮੁਸ਼ਕਲ ਉਹਨੂੰ ਮਹਿਸੂਸ ਨਹੀਂ ਹੁੰਦੀ ਜਦੋਂ ਇਕਾਗਰਤਾ ਇੱਕ ਚਿੱਤ ਉਸ ਪ੍ਰਭੂ ਨਾਲ ਜੁੜਿਆ ਹੁੰਦਾ ਹੈ। ਇਸ ਪ੍ਰਕਾਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਯੋਗਤਾ ਨੂੰ ਵੇਖਦੇ ਹੋਏ ਗੁਰੂ ਹਰਿਰਾਏ ਸਾਹਿਬ ਜੀ ਗੁਰਤਾ ਗੱਦੀ ਉਹਨਾਂ ਨੂੰ ਦਿੰਦੇ ਨੇ। ਪਰ ਜਦੋਂ ਗੁਰਤਾ ਗੱਦੀ ਦਿੰਦੇ ਨੇ, ਰਾਮ ਰਾਏ ਵਿਰੋਧਤਾ ਕਰਦਾ ਹੈ ਵੀ ਮੈਂ ਵੱਡਾ ਸਾਂ, ਗੁਰਤਾ ਗੱਦੀ ਮੈਨੂੰ ਮਿਲਣੀ ਚਾਹੀਦੀ ਸੀ। ਔਰੰਗਜ਼ੇਬ ਨੂੰ ਵੀ ਕਹਿੰਦਾ ਵੀ ਇਸ ਪ੍ਰਕਾਰ ਇਹਨਾਂ ਨੇ ਠੀਕ ਨਹੀਂ ਕੀਤਾ, ਤੇ ਔਰੰਗਜ਼ੇਬ ਵੀ ਇਹ ਚਾਹੁੰਦਾ ਸੀ ਅੰਦਰੋਂ ਵੀ ਇਹ ਤੇ ਮੇਰਾ ਹਿਮਾਇਤੀ ਬਣ ਗਿਆ ਹੈ, ਤੇ ਜੇ ਇਹ ਗੁਰਤਾ ਗੱਦੀ ਇਹਨੂੰ ਮਿਲ ਜਾਵੇ ਤਾਂ ਫਿਰ ਮੈਨੂੰ ਕਿਸੇ ਪ੍ਰਕਾਰ ਦੀ ਕੋਈ ਜਿਹੜੀ ਹੈ ਉਹ ਦਿੱਕਤ ਨਹੀਂ ਆਵੇਗੀ। ਪੰਜਾਬ ਦੇ ਵਿੱਚ ਕੋਈ ਮੇਰੇ ਖਿਲਾਫ ਆਵਾਜ਼ ਨਹੀਂ ਚੁੱਕ ਸਕੇਗਾ, ਕਿਉਂਕਿ ਉਹਨੂੰ ਪਿਛਲਾ ਸਮਾਂ ਚੇਤੇ ਹੈ ਵੀ ਜੇਕਰ ਸੱਚ ਦੀ ਆਵਾਜ਼ ਕੋਈ ਲੋਕਾਂ ਤੱਕ ਪਹੁੰਚਾਉਂਦਾ ਹੈ ਤੇ ਉਹ ਗੁਰੂ ਨਾਨਕ ਸਾਹਿਬ ਜੀ ਦਾ ਘਰ ਹੈ, ਜਿੱਥੋਂ ਸੱਚ ਦੀ ਵਿਚਾਰ ਲੋਕਾਂ ਤੱਕ ਪਹੁੰਚਦੀ ਹੈ। ਜਹਾਂਗੀਰ ਨੂੰ ਤੇ ਉਹਦੇ ਆਲੇ ਦੁਆਲੇ ਦੇ ਜਿਹੜੇ ਲੋਕ ਸਨ, ਉਹਨਾਂ ਨੂੰ ਗੁਰੂ ਨਾਨਕ ਦੀ ਵਿਚਾਰਧਾਰਾ ਨਹੀਂ ਸੀ ਚੰਗੀ ਲੱਗੀ। ਇਸੇ ਕਰਕੇ ਹੀ ਉਹਨਾਂ ਨੇ ਬਹਾਨਾ ਕੁਝ ਹੋਰ ਲਾ ਕੇ ਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੂੰ ਸ਼ਹੀਦ ਕਰ ਦਿੱਤਾ ਸੀ। ਉਹਨਾਂ ਨੂੰ ਇਹ ਵਿਚਾਰਧਾਰਾ ਚੰਗੀ ਨਹੀਂ ਸੀ ਲੱਗਦੀ। ਉਹਨਾਂ ਨੂੰ ਲੱਗਦਾ ਸੀ ਵੀ ਇਹ ਵਿਚਾਰਧਾਰਾ ਸਾਡੀ ਹਕੂਮਤ, ਸਾਡੇ ਰਾਜ ਕਰਨ ਦੇ ਵਿੱਚ ਇੱਕ ਖਤਰਾ ਬਣ ਸਕਦੀ ਹੈ। ਲੋਕ ਜਾਗਰੂਕ ਹੋਣਗੇ ਤੇ ਲੋਕ ਕੱਲ ਸਾਡੀ ਵਿਰੋਧਤਾ ਕਰਨੀ ਲੱਗ ਜਾਣਗੇ, ਅਸੀਂ ਆਪਣੀਆਂ ਮਨਮਰਜ਼ੀਆਂ ਫਿਰ ਨਹੀਂ ਕਰ ਸਕਦੇ। ਇਸ ਕਰਕੇ ਔਰੰਗਜ਼ੇਬ ਇਹ ਵੀ ਖੁਦ ਚਾਹੁੰਦਾ ਸੀ ਵੀ ਇਹ ਜਿਹੜੀ ਗੁਰਤਾ ਗੱਦੀ ਰਾਮ ਰਾਏ ਨੂੰ ਮਿਲਣੀ ਚਾਹੀਦੀ ਹੈ, ਤੇ ਰਾਮ ਰਾਏ ਵੀ ਦਾਅਵੇ ਕਰਦਾ ਸੀ ਵੀ ਮੈਂ ਵੱਡਾ, ਮੈਨੂੰ ਮਿਲਣੀ ਚਾਹੀਦੀ ਹੈ। ਪਰ ਇਹ ਬਖਸ਼ਿਸ਼ ਉਸੇ ਤੇ ਹੁੰਦੀ ਹੈ ਜਿਹਨੂੰ ਉਹ ਨਿਰੰਕਾਰ, ਉਹ ਮਾਲਕ ਦਿੰਦਾ ਹੈ। ਗੁਰੂ ਹਰਿਰਾਏ ਸਾਹਿਬ ਜੀ ਨੇ ਗੁਰਤਾ ਗੱਦੀ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਨੂੰ ਦਿੱਤੀ ਅਤੇ ਸਤਿਗੁਰੂ ਜੀ ਜੋਤੀ ਜੋਤ ਸਮਾਉਂਦੇ ਨੇ। ਜਦੋਂ ਗੁਰਤਾ ਗੱਦੀ ਤੇ ਬੈਠਦੇ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ, ਤੇ ਕਈ ਲੋਕਾਂ ਦੇ ਮਨਾਂ ਵਿੱਚ ਸ਼ੰਕੇ ਪੈਦਾ ਹੁੰਦੇ ਨੇ ਵੀ ਇੰਨੀ ਛੋਟੀ ਉਮਰ ਦੇ ਉਹ ਜ਼ਿੰਮੇਵਾਰੀਆਂ ਨਿਭਾ ਸਕਣਗੇ ਜਾਂ ਨਹੀਂ ਨਿਭਾ ਸਕਦੇ। ਕਈਆਂ ਦੇ ਮਨ ਵਿੱਚ ਸ਼ੰਕੇ ਸਨ, ਸਤਿਗੁਰੂ ਜੀ ਨੇ ਸਾਰਿਆਂ ਦੇ ਮਨਾਂ ਦੇ ਉਹ ਸ਼ੰਕੇ ਦੂਰ ਕੀਤੇ। ਗੁਰੂ ਹਰਿਰਾਏ ਸਾਹਿਬ ਜੀ ਜ਼ਿੰਮੇਵਾਰੀ ਲਾ ਗਏ ਸਨ ਮੁਖੀ ਸਿੱਖਾਂ ਦੀ, ਦੀਵਾਨ ਦਰਗਾਹ ਮੱਲ ਅਤੇ ਹੋਰ ਸਿੱਖਾਂ ਦੀ, ਭਾਈ ਗੁਰਦਿੱਤਾ ਜੀ ਜਿਹੜੇ ਬਾਬਾ ਬੁੱਢਾ ਜੀ ਦੀ ਵੰਸ਼ ਵਿੱਚੋਂ ਸਨ, ਇਹ ਮੁਖੀ ਸਿੱਖ ਸਨ ਉਸ ਵੇਲੇ। ਇਹਨਾਂ ਸਾਰਿਆਂ ਦੀ ਜ਼ਿੰਮੇਵਾਰੀ ਲਾ ਕੇ ਗਏ ਸਨ ਗੁਰੂ ਹਰਿਰਾਏ ਸਾਹਿਬ ਜੀ। ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਗੁਰਤਾ ਗੱਦੀ ਤੇ ਸੁਭਾਏਮਾਨ ਨੇ, ਸੰਗਤਾਂ ਆਉਂਦੀਆਂ ਨੇ, ਗੁਰੂ ਸਾਹਿਬ ਜੀ ਸਭ ਨੂੰ ਉਪਦੇਸ਼ ਦਿੰਦੇ ਹਨ ਤੇ ਉਪਦੇਸ਼ ਦੇ ਕੇ ਸਤਿਗੁਰੂ ਜੀ ਦੀ ਸੰਗਤ ਕਰਕੇ ਸੰਗਤਾਂ ਨਿਹਾਲ ਹੋ ਜਾਂਦੀਆਂ ਨੇ। ਉਹਨਾਂ ਦੇ ਮਨ ਦੇ ਉਹ ਸ਼ੰਕੇ ਦੂਰ ਹੁੰਦੇ ਜਾਂਦੇ ਨੇ ਜਿਹੜੇ ਉਹਨਾਂ ਦੇ ਮਨ ਵਿੱਚ ਸਨ ਵੀ ਇੰਨੀ ਛੋਟੀ ਉਮਰ ਦੇ ਵਿੱਚ ਕੀ ਕੋਈ ਸਿੱਖ ਕੌਮ ਦੀ, ਸਿੱਖ ਪੰਥ ਦੀ ਇਸ ਜਥੇਬੰਦੀ ਦੀ ਅਗਵਾਈ ਕਰ ਸਕਦਾ ਜਾਂ ਨਹੀਂ ਕਰ ਸਕਦਾ। ਤੇ ਜਿਸ ਵੇਲੇ ਰਾਮ ਰਾਏ ਨੇ ਔਰੰਗਜ਼ੇਬ ਤੱਕ ਇਹ ਗੱਲਾਂ ਕਹੀਆਂ ਵੀ ਗੁਰਤਾ ਗੱਦੀ ਤੇ ਮੇਰਾ ਹੱਕ ਬਣਦਾ ਸੀ, ਇਸ ਕਰਕੇ
ਤੇ ਔਰੰਗਜ਼ੇਬ ਵੀ ਇਸ ਗੱਲ ਨੂੰ ਦੇਖਣਾ ਚਾਹੁੰਦਾ ਸੀ ਵੀ ਇੰਨੀ ਨਿੱਕੀ ਉਮਰ ਦੇ ਵਿੱਚ ਕੀ ਕੋਈ ਕਿਸੇ ਕੌਮ ਦੀ, ਪੰਥ ਦੀ, ਜਥੇਬੰਦੀ ਦੀ ਅਗਵਾਈ ਕਿਵੇਂ ਕਰ ਸਕਦਾ ਹੈ। ਉਹਦੇ ਮਨ ਵਿੱਚ ਵਿਚਾਰ ਆਈ ਤੇ ਉਹਨੇ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਨੂੰ ਦਿੱਲੀ ਬੁਲਾਉਣ ਵਾਸਤੇ ਉਹਨੇ ਆਪਣੇ ਮਨ ਵਿੱਚ ਫੈਸਲਾ ਕੀਤਾ ਹੈ। ਤੇ ਉਹ ਰਾਜਾ, ਜਿਸ ਰਾਜੇ ਦੀ ਇਹ ਪਾਵਨ ਹਵੇਲੀ ਸੀ, ਉਹਦੇ ਤੱਕ ਜਾ ਕੇ ਉਹ ਸੁਨੇਹਾ ਦਿੰਦਾ ਹੈ ਵੀ ਤੂੰ ਗੁਰੂ ਘਰ ਦਾ ਸ਼ਰਧਾਲੂ ਹੈ, ਤੇਰੇ ਆਖੇ ਗੁਰੂ ਸਾਹਿਬ ਜੀ ਆ ਜਾਣਗੇ। ਤੇ ਉਹ ਆਪਣਾ ਦੂਤ ਪਰਸਰਾਮ ਭੇਜਦਾ ਹੈ, ਪਰਸਰਾਮ ਨੂੰ ਦੱਸਦਾ ਹੈ। ਤੇ ਇਸ ਤੋਂ ਪਹਿਲਾਂ ਰਾਜਾ ਮਿਰਜ਼ਾ ਜੈ ਚੰਦ ਔਰੰਗਜ਼ੇਬ ਤੋਂ ਇਹ ਕੁਝ ਇਕਰਾਰ ਲੈ ਲੈਂਦਾ ਹੈ ਵੀ ਪਹਿਲੀ ਗੱਲ ਤੇ ਇਹ, ਜੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਿੱਲੀ ਆਉਣਗੇ ਤੇ ਉਹਨਾਂ ਨੂੰ ਮੈਂ ਆਪਣੇ ਘਰ ਦੇ ਵਿੱਚ ਉਹਨਾਂ ਦੀ ਮਹਿਮਾਨ ਨਿਵਾਜ਼ੀ ਮੈਂ ਕਰਾਂਗਾ, ਉਹ ਮੇਰੇ ਪਾਸ ਹੀ ਰਹਿਣਗੇ। ਤੇ ਦੂਜਾ ਇਹ ਵੀ ਹਕੂਮਤ ਵੱਲੋਂ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਜਿਹੜਾ ਹੈ ਉਹ ਨਾ ਪਹੁੰਚਾਇਆ ਜਾਵੇ। ਜੇ ਇਹਨਾਂ ਗੱਲਾਂ ਦੀ ਤਸੱਲੀ ਔਰੰਗਜ਼ੇਬ ਦਿੰਦਾ ਹੈ ਤੇ ਫਿਰ ਸਤਿਗੁਰਾਂ ਜੀ ਨੂੰ ਮੈਂ ਆਪ ਸੁਨੇਹਾ ਭਿਜਵਾ ਕੇ ਉਹਨਾਂ ਨੂੰ ਬੁਲਾਣਾ ਕਰਦਾ ਹਾਂ। ਔਰੰਗਜ਼ੇਬ ਇਹ ਗੱਲ ਦੀ ਤਸੱਲੀ ਦਿੰਦਾ ਹੈ, ਹਾਂ ਤੁਸੀਂ ਉਹਨਾਂ ਨੂੰ ਆਪਣੇ ਗ੍ਰਹਿ ਵਿਖੇ ਸਨਮਾਨ ਦੇ ਨਾਲ ਰੱਖ ਸਕਦੇ ਹੋ ਤੇ ਉਹਨਾਂ ਨੂੰ ਹਕੂਮਤ ਵੱਲੋਂ ਕਿਸੇ ਪ੍ਰਕਾਰ ਦੀ ਕੋਈ ਦਿੱਕਤ, ਕੋਈ ਪਰੇਸ਼ਾਨੀ ਨਹੀਂ ਦਿੱਤੀ ਜਾਵੇਗੀ। ਰਾਜਾ ਮਿਰਜ਼ਾ ਜੈ ਚੰਦ ਆਪਣੇ ਜੋ ਦੂਤ ਪਰਸਰਾਮ ਨੂੰ ਭੇਜਦਾ ਹੈ ਕਿ ਸਤਿਕਾਰ ਸਹਿਤ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਨੂੰ ਦਿੱਲੀ ਵਿਖੇ ਲਿਆਂਦਾ ਜਾਵੇ। ਪਰਸਰਾਮ ਜਾਂਦਾ ਹੈ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਤੱਕ ਔਰੰਗਜ਼ੇਬ ਦਾ ਸੁਨੇਹਾ ਦਿੰਦਾ ਹੈ ਕਿ ਤੁਹਾਨੂੰ ਉਹਨਾਂ ਨੇ ਦਿੱਲੀ ਬੁਲਾਇਆ ਹੈ। ਜਦੋਂ ਸਿੱਖ ਸੰਗਤਾਂ ਨੂੰ ਇਹ ਗੱਲ ਦਾ ਪਤਾ ਲੱਗਦਾ ਹੈ ਤੇ ਕਈਆਂ ਦੇ ਮਨ ਵਿੱਚ ਨਿਰਾਸ਼ਤਾ ਪੈਦਾ ਹੁੰਦੀ ਹੈ। ਕਈ ਇਹ ਸੋਚਦੇ ਨੇ ਵੀ ਇਹ ਹਕੂਮਤਾਂ ਵਾਰ-ਵਾਰ ਇਸੇ ਪ੍ਰਕਾਰ ਹੀ ਕਰਦੀਆਂ ਆਈਆਂ ਨੇ। ਜਦੋਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੂੰ ਲਾਹੌਰ ਬੁਲਾਇਆ ਸੀ ਤੇ ਉੱਥੇ ਬੁਲਾ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ। ਦੂਜੀ ਵਾਰ ਫਿਰ ਜਹਾਂਗੀਰ ਨੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਵਿਚਾਰ ਕਰਨ ਵਾਸਤੇ ਦਿੱਲੀ ਬੁਲਾਇਆ ਸੀ ਤੇ ਉਹਨਾਂ ਨੂੰ ਬੰਦੀ ਬਣਾ ਕੇ ਤੇ ਗਵਾਲੀਅਰ ਦੇ ਕਿਲੇ ਵਿੱਚ ਭੇਜ ਦਿੱਤਾ ਸੀ। ਸੰਗਤਾਂ ਨੂੰ ਖਦਸ਼ਾ ਸੀ ਇਹ ਪਿਛਲਾ ਕੁਝ ਵੇਖਦਿਆਂ ਹੋਇਆਂ ਵੀ ਜੇ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਦਿੱਲੀ ਜਾਣਗੇ ਕਿਤੇ ਹਕੂਮਤ ਉਹਨਾਂ ਦੇ ਨਾਲ ਕੋਈ ਅਜਿਹਾ ਕੁਝ ਕਰ ਨਾ ਦੇਵੇ। ਪਰ ਸਤਿਗੁਰੂ ਜੀ ਨੇ ਸਭ ਨੂੰ ਸਮਝਾਇਆ ਤੇ ਸਤਿਗੁਰੂ ਜੀ ਨਿਡਰ ਹੋ ਕੇ ਜਾਣ ਲਈ ਤਿਆਰ ਹੁੰਦੇ ਨੇ। ਸਤਿਗੁਰੂ ਜੀ ਦੇ ਨਾਲ ਤਿਨਾਂ ਦੇ ਮਾਤਾ ਕਿਸ਼ਨ ਕੌਰ ਜੀ, ਤਿਨਾਂ ਦੇ ਦਾਦੀ ਮਾਤਾ ਬਸੀ ਜੀ ਅਤੇ ਦੀਵਾਨ ਦਰਗਾਹ ਮੱਲ ਤੇ ਹੋਰ ਮੁਖੀ ਸਿੱਖ ਤੇ ਕਈ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਸਤਿਗੁਰੂ ਜੀ ਦੇ ਨਾਲ ਤੁਰਦੀਆਂ ਹਨ। ਸਤਿਗੁਰੂ ਜੀ ਜਾਂਦੇ ਹੋਏ ਜੋ ਪੈਂਡਾ ਤੈਅ ਕਰਦੇ ਨੇ, ਸਤਿਗੁਰੂ ਜੀ ਬੜੇ ਆਪਣੇ ਤਰੀਕੇ ਦੇ ਨਾਲ ਆਰਾਮ ਦੇ ਨਾਲ ਜਾਂਦੇ ਨੇ ਪ੍ਰਚਾਰ ਕਰਦੇ ਹੋਏ ਪਿੰਡਾਂ ਵਿੱਚੋਂ। ਗੁਰੂ ਸਾਹਿਬ ਜੀ ਨੂੰ ਕਿਸੇ ਦਾ ਡਰ ਨਹੀਂ ਹੈ ਵੀ ਜੇ ਹਕੂਮਤ ਨੇ, ਬਾਦਸ਼ਾਹ ਨੇ ਸੱਦਿਆ ਤੇ ਮੈਂ ਛੇਤੀ ਦੇ ਨਾਲ ਉਹਦੇ ਤੱਕ ਪਹੁੰਚ ਜਾਵਾਂ, ਕਿਤੇ ਉਹ ਗੁੱਸਾ ਨਾ ਕਰ ਲਵੇ। ਸਤਿਗੁਰੂ ਜੀ ਦੇ ਮਨ ਵਿੱਚ ਐਸੀ ਕੋਈ ਗੱਲ ਨਹੀਂ। ਬੜੇ ਨਿਡਰ ਹੋ ਕੇ ਪਿੰਡਾਂ ਵਿੱਚੋਂ ਦੀ ਪ੍ਰਚਾਰ ਕਰਦੇ ਹੋਏ, ਸਿੱਖ ਸੰਗਤਾਂ ਦਾ, ਲੋਕਾਂ ਦਾ ਉਧਾਰ ਕਰਦੇ ਹੋਏ ਗੁਰੂ ਸਾਹਿਬ ਜੀ ਜਾਂਦੇ ਹਨ। ਤੇ ਇੱਕ ਬਹੁਤ ਵੱਡਾ ਪੜਾਵ ਗੁਰੂ ਸਾਹਿਬ ਜੀ ਅੰਬਾਲੇ ਦੇ ਨੇੜੇ ਪਿੰਡ ਪੰਜੋਖਰੇ ਕਰਦੇ ਹਨ। ਇਸ ਸਥਾਨ ਤੇ ਸਤਿਗੁਰੂ ਜੀ ਕੁਝ ਸਮਾਂ ਰੁਕ ਕੇ ਸਿੱਖ ਸੰਗਤਾਂ ਨੂੰ ਨਿਹਾਲ ਕਰਦੇ ਨੇ। ਸੰਗਤਾਂ ਦੂਰ ਦੂਰ ਤੋਂ ਗੁਰੂ ਸਾਹਿਬ ਜੀ ਕੋਲ ਸਤਿਗੁਰੂ ਜੀ ਦੇ ਦਰਸ਼ਨ ਕਰਨ ਆਉਂਦੀਆਂ ਨੇ, ਗੁਰੂ ਸਾਹਿਬ ਜੀ ਕੋਲ ਉਪਦੇਸ਼ ਸ਼ਰਵਣ ਕਰਨ ਆਉਂਦੀਆਂ ਨੇ। ਤੇ ਉੱਥੋਂ ਦਾ ਰਹਿਣ ਵਾਲਾ ਇੱਕ ਲਾਲ ਚੰਦ ਬ੍ਰਾਹਮਣ ਪੰਡਤ, ਜਿਹਨੂੰ ਆਪਣੀ ਵਿਦਵਤਾ ਦਾ ਬਹੁਤ ਜ਼ਿਆਦਾ ਹੰਕਾਰ ਸੀ, ਉਹਦੇ ਮਨ ਵਿੱਚ ਵੀ ਸ਼ੰਕਾ ਆਉਣਾ ਸੁਭਾਵਿਕ ਸੀ। ਉਹਦੇ ਮਨ ਵਿੱਚ ਸ਼ੰਕਾ ਆਇਆ ਵੀ ਇੰਨੀ ਛੋਟੀ ਉਮਰ ਦੇ ਸਾਡੀਆਂ ਤੇ ਉਮਰਾਂ ਇੰਨੀਆਂ ਹੋ ਗਈਆਂ ਨੇ। ਜਿਵੇਂ ਜੋਗੀਆਂ ਦੇ ਮਨ ਵਿੱਚ ਉਦੋਂ ਸ਼ੰਕੇ ਆਉਂਦੇ ਸਨ ਤੇ ਗੁਰੂ ਨਾਨਕ ਸਾਹਿਬ ਜੀ ਤੋਂ ਪ੍ਰਭਾਵਿਤ ਹੋ ਕੇ, ਕਿਉਂਕਿ ਉਹਨਾਂ ਦੀਆਂ ਉਮਰਾਂ ਤੇ ਬਹੁਤ ਲੰਮੀਆਂ, ਕਈ ਸੌ ਸਾਲਾਂ ਉਮਰਾਂ ਸਨ, ਪਹਾੜਾਂ ਦੀਆਂ ਕਦਰਾਂ ਵਿੱਚ ਲੁਕ ਕੇ ਜੋ ਆਪਣੇ ਵੱਲੋਂ ਸਮਾਧੀਆਂ ਲਾ ਕੇ ਰੱਬ ਨੂੰ ਯਾਦ ਕਰਦੇ ਸਨ, ਉਹ ਸਿੱਧ, ਉਹ ਜੋਗੀ ਗੁਰੂ ਸਾਹਿਬ ਜੀ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਹੁੰਦੇ ਨੇ
ਤੇ ਸਤਿਗੁਰੂ ਜੀ ਨੂੰ ਪੁੱਛਦੇ ਸਨ ਵੀ ਤੁਹਾਡਾ ਗੁਰੂ ਕੌਣ ਹੈ, ਤੁਸੀਂ ਕਿਹਦੇ ਚੇਲੇ ਹੋ? ਕਿਉਂਕਿ ਉਹਨਾਂ ਦੇ ਮਨ ਵਿੱਚ ਵਿਚਾਰ ਆਉਂਦੀ ਵੀ ਇੰਨੀ ਛੋਟੀ ਉਮਰ ਦੇ, ਕਿਉਂਕਿ ਸਿੱਧਾਂ ਦੇ ਮੁਕਾਬਲੇ ਤੇ ਗੁਰੂ ਨਾਨਕ ਸਾਹਿਬ ਜੀ ਦੀ ਉਮਰ ਬਹੁਤ ਥੋੜੀ ਸੀ। ਲਾਲ ਚੰਦ ਪੰਡਤ ਦੇ ਮਨ ਵਿੱਚ ਵਿਚਾਰ ਆਉਂਦੀ ਹੈ ਤੇ ਉਹ ਸਤਿਗੁਰੂ ਜੀ ਕੋਲ ਜਾ ਕੇ ਬੇਨਤੀ ਕਰਦਾ, ਕਹਿੰਦਾ ਦੁਆਪਰ ਦਾ ਅਵਤਾਰ ਤੇ ਸ਼੍ਰੀ ਕ੍ਰਿਸ਼ਨ ਹੋਇਆ ਹੈ, ਉਹਨਾਂ ਦਾ ਨਾਮ ਤੇ ਕ੍ਰਿਸ਼ਨ ਜੀ ਸੀ ਤੇ ਤੁਹਾਡਾ ਨਾਮ ਹਰਿ ਕ੍ਰਿਸ਼ਨ ਹੈ। ਸਿੱਖ ਸੰਗਤਾਂ ਤੁਹਾਨੂੰ ਗੁਰੂ ਮੰਨਦੀਆਂ ਨੇ, ਤੁਹਾਡੇ ਅੱਗੇ ਮੱਥਾ ਟੇਕਦੀਆਂ ਨੇ। ਜੇ ਤੁਸੀਂ ਇੰਨੇ ਹੀ ਜਾਨੀ ਜਾਨ ਹੋ, ਤੁਸੀਂ ਕ੍ਰਿਸ਼ਨ ਵੱਲੋਂ ਉਚਾਰਨ ਕੀਤੀ ਹੋਈ ਗੀਤਾ ਦੇ ਸ਼ਲੋਕਾਂ ਦੇ ਕੁਝ ਸ਼ਲੋਕ ਮੈਂ ਉਚਾਰਾਂਗਾ, ਤੁਸੀਂ ਉਹਦੇ ਅਰਥ ਕਰਕੇ ਦੱਸਿਓ। ਤੁਸੀਂ ਆਪਣੇ ਵੱਲੋਂ ਕੁਝ ਅਰਥ ਕਰਕੇ ਦੱਸਿਓ। ਗੁਰੂ ਸਾਹਿਬ ਜੀ ਕਹਿੰਦੇ ਨੇ ਵੀ ਦਾ ਹੰਕਾਰ ਤਾਂ ਹੀ ਟੁੱਟੇਗਾ। ਗੁਰੂ ਸਾਹਿਬ ਨੇ ਆਖਿਆ ਵੀ ਤੂੰ ਸਾਡੀ ਗੱਲ ਨਾ ਕਰ, ਤੂੰ ਸਿੱਖ ਸੰਗਤਾਂ ਵਿੱਚੋਂ ਕਿਸੇ ਵਿੱਚੋਂ ਵੀ ਕਿਸੇ ਸਿੱਖ ਨੂੰ ਜੋ ਤੇਰੀ ਮਰਜ਼ੀ ਹੋਵੇ, ਤੂੰ ਕੱਲ ਨੂੰ ਇਹ ਨਾ ਆਖੇਂਗਾ ਵੀ ਗੁਰੂ ਸਾਹਿਬ ਜੀ ਤੇ ਹੋ ਸਕਦਾ ਹੈ ਅਰਥ ਪੜ੍ਹੇ ਹੋਣ। ਤੇਰੀ ਮਰਜ਼ੀ ਹੈ, ਜਿਹਨੂੰ ਮਰਜ਼ੀ ਲੈ ਕੇ ਆ ਜਾ ਤੂੰ, ਤੇ ਉਹੀ ਜੋ ਤੂੰ ਆਖੇਂਗਾ ਉਹਦੇ ਅਰਥ ਕਰ ਦੇਵੇਗਾ। ਤੇ ਲਾਲ ਚੰਦ ਪੰਡਤ ਇੱਕ ਛੱਜੂ ਝੀਵਰ ਦੇ ਨਾਂ ਦੇ ਇੱਕ ਮਨੁੱਖ ਨੂੰ ਲੈ ਕੇ ਆਉਂਦਾ ਹੈ, ਜਿਹਦੇ ਬਾਬਤ ਇਤਿਹਾਸ ਵਿੱਚ ਪੜ੍ਹਦੇ ਹਾਂ ਵੀ ਉਹ ਮੂਰਖ ਸੀ, ਉਹਨੂੰ ਸਮਝ ਨਹੀਂ ਸੀ, ਉਹ ਬੋਲਾ ਸੀ। ਪਰ ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ, ਗੁਰੂ ਪਿਆਰਿਓ, ਗੁਰੂ ਸਾਹਿਬ ਜੀ ਦੇ ਬਚਨ ਨੇ। ਸਾਹਿਬ ਜੀ ਕਹਿੰਦੇ ਪਿੰਗੁਲ ਪਰਬਤ ਪਾਰ ਪਰੇ ਖਲ ਚਤਰਬ ਕੀਤਾ, ਅੰਧਲੇ ਤ੍ਰਿਭਵਨ ਸੁਝਿਆ ਗੁਰ ਭੇਟ ਪੁਨੀਤਾ। ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਭਏ ਚੀਤਾ। ਜਦੋਂ ਗੁਰੂ ਦੀ ਕਿਰਪਾ ਰਹਿਮਤ ਹੁੰਦੀ ਹੈ, ਪਿੰਗਲੇ ਕਹਿੰਦੇ ਨੇ ਉਹਨਾਂ ਦਾ ਪਿੰਗਲਾਪਨ ਦੂਰ ਹੋ ਜਾਂਦਾ ਹੈ। ਉਹ ਵੱਡੇ ਤੋਂ ਵੱਡੇ ਪਰਬਤ ਵੀ ਆਸਾਨੀ ਨਾਲ ਪਾਰ ਕਰ ਜਾਂਦੇ ਨੇ। ਅੰਨਿਆਂ ਨੂੰ ਤਿੰਨ ਭਵਨਾਂ ਦੀ ਸੋਝੀ ਹੋ ਜਾਂਦੀ ਹੈ। ਤੇ ਖਲ ਕਹਿੰਦੇ ਨੇ ਮੂਰਖ ਨੂੰ। ਤੇ ਮੂਰਖ ਕੌਣ ਹੁੰਦਾ ਹੈ? ਜਿਹਨੂੰ ਗੱਲ ਕਰਨ ਦਾ ਚੱਜ ਨਾ ਹੋਵੇ, ਜਿਹੜਾ ਅੱਗੇ ਕੇਵਲ ਆਪਣਾ ਮੂੰਹ ਰੱਖ ਕੇ ਗੱਲ ਹੀ ਕਰਦਾ ਹੋਵੇ, ਸੋਚਦਾ ਬਾਅਦ ਵਿੱਚ ਹੋਵੇ। ਤੇ ਲੋਕ ਕਹਿੰਦੇ ਵੀ ਫਲਾਣਾ ਬੜਾ ਮੂਰਖ ਹੈ, ਉਹਨੂੰ ਤੇ ਗੱਲ ਕਰਨ ਦਾ ਹੀ ਚੱਜ ਨਹੀਂ ਹੈ। ਸਾਹਿਬ ਜੀ ਕਹਿੰਦੇ ਖਲ ਜਿਹੜੇ ਮੂਰਖ ਨੇ, ਉਹ ਗੁਰੂ ਦੀ ਸੰਗਤ ਕਰਕੇ ਉਹ ਚਤੁਰ ਸਿਆਣੇ ਬਕੀਤਾ ਵਕਤਾ ਬੁਲਾਰੇ ਬਣ ਜਾਂਦੇ ਨੇ। ਉਹਨਾਂ ਨੂੰ ਫਿਰ ਦੁਨੀਆ ਸੁਣਦੀ ਹੈ। ਇੱਕ ਸਮਾਂ ਜਦੋਂ ਉਹਨਾਂ ਨੂੰ ਕੋਈ ਸੁਣਦਾ ਨਹੀਂ ਸੀ, ਉਹਨਾਂ ਦੀ ਗੱਲ ਦਾ ਲੋਕ ਮਜ਼ਾਕ ਉਡਾਉਂਦੇ ਸਨ, ਮੂਰਖ ਕਹਿੰਦੇ ਸਨ। ਸਾਹਿਬ ਜੀ ਕਹਿੰਦੇ ਜਦੋਂ ਗੁਰੂ ਦੀ ਕਿਰਪਾ ਰਹਿਮਤ ਹੁੰਦੀ ਹੈ, ਜਦੋਂ ਗੁਰੂ ਨੂੰ ਮਿਲਦੇ ਨੇ ਤੇ ਗੁਰੂ ਦੀ ਬਖਸ਼ਿਸ਼ ਦੇ ਨਾਲ ਉਹ ਮੂਰਖ ਜਿਹੜੇ ਨੇ ਉਹ ਚਤੁਰ ਸਿਆਣੇ ਸਮਝਦਾਰ ਵਕਤੇ ਬਣ ਜਾਂਦੇ ਨੇ, ਬੁਲਾਰੇ ਬਣ ਜਾਂਦੇ ਨੇ। ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ। ਛੱਜੂ ਝੀਵਰ ਦੇ ਸਿਰ ਤੇ ਬਖਸ਼ਿਸ਼ ਭਰਿਆ ਹੱਥ ਆਪਣਾ ਗੁਰੂ ਸਾਹਿਬ ਜੀ ਰੱਖਦੇ ਨੇ ਤੇ ਜੋ ਸ਼ਲੋਕ ਬੜੇ ਹੰਕਾਰ ਦੇ ਨਾਲ, ਦਾਅਵੇ ਦੇ ਨਾਲ ਔਖੇ ਜਿਹੇ ਸ਼ਲੋਕ ਕੱਢ ਕੇ ਗੀਤਾ ਦੇ ਵਿੱਚੋਂ ਲਾਲ ਚੰਦ ਦੱਸਦਾ ਵੀ ਇਹਦੇ ਅਰਥ ਕਰਕੇ ਦੱਸੋ। ਉਹ ਛੱਜੂ ਝੀਵਰ ਉਹਨਾਂ ਦੇ ਅਰਥ ਬੜੀ ਆਸਾਨੀ ਦੇ ਨਾਲ ਕਰ ਦਿੰਦਾ ਹੈ। ਲਾਲ ਚੰਦ ਦਾ ਹੰਕਾਰ ਟੁੱਟ ਜਾਂਦਾ ਹੈ। ਤੇ ਮਨੁੱਖ ਨੂੰ ਸਭ ਤੋਂ ਵੱਧ ਜ਼ਿਆਦਾ ਜਿਹੜਾ ਹੰਕਾਰ ਹੈ ਉਹ ਵਿਦਵਤਾ ਦਾ, ਗਿਆਨ ਦਾ ਹੁੰਦਾ ਹੈ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਬਹੁਤ ਸੁੰਦਰ ਕਵਿਤਾ ਦੇ ਰਾਹੀਂ ਦੱਸਦੇ ਨੇ ਵੀ ਕਿਵੇਂ ਕਹਿਣ ਲੱਗੇ, ਮੈਂ ਦਰ ਦਰ ਤੇ ਜਾ ਕੇ ਆਪਣੇ ਇਸ ਮਤ ਰੂਪੀ ਭਾਂਡੇ ਨੂੰ ਜਿੱਥੋਂ ਕੁਝ ਮਿਲਿਆ ਮੈਂ ਪਾਉਂਦਾ ਰਿਹਾ, ਇਹਨੂੰ ਪਾ ਕੇ ਤੁੰਨ ਤੁੰਨ ਕੇ ਇਹਨੂੰ ਮੈਂ ਭਰ ਲਿਆ। ਤੇ ਜਦੋਂ ਮੈਨੂੰ ਗੁਰੂ ਮਿਲਿਆ, ਮੁਰਸ਼ਿਦ ਮਿਲਿਆ, ਉਹਦੇ ਅੱਗੇ ਜਾ ਕੇ ਜਦੋਂ ਮੈਂ ਆਪਣਾ ਇਹ ਮਤ ਰੂਪੀ ਭਾਂਡਾ ਉਹਦੇ ਅੱਗੇ ਰੱਖਿਆ ਤੇ ਗੁਰੂ ਨੇ ਕਿਹਾ ਵੀ ਆਹ ਜੋ ਕੁਝ ਤੂੰ ਵਿੱਚ ਪਾਇਆ ਹੈ, ਇਹ ਕੁਝ ਜਦੋਂ ਤੱਕ ਤੇਰੇ ਕੋਲ ਹੈ, ਤੇਰਾ ਉਸ ਪ੍ਰਭੂ ਨਾਲ ਮਿਲਾਪ ਨਹੀਂ ਹੋ ਸਕਦਾ। ਭਾਈ ਵੀਰ ਸਿੰਘ ਜੀ ਬਹੁਤ ਸੁੰਦਰ ਲਿਖਦੇ ਨੇ, ਕਹਿਣ ਲੱਗੇ ਸਿਰ ਕਚਕੌਲ ਬਣਾ ਹੱਥ ਲਿੱਤਾ, ਪੜਿਆ ਦੁਆਰੇ ਫਿਰਿਆ, ਦਰ ਦਰ ਦੇ ਟੁਕ ਮੰਗ ਮੰਗ ਪਾਏ, ਤੁੰਨ ਤੁੰਨ ਕੇ ਇਹ ਭਰਿਆ। ਭਰਿਆ ਵੇਖ ਅਫਰਿਆ ਮੈਸਾਂ ਜਾਣਾ ਪੰਡਤ ਹੋਇਆ, ਟਿਕੇ ਨਾ ਪੈਰ ਜ਼ਮੀਂ ਤੇ ਮੇਰਾ ਉੱਚਾ ਹੋ ਟੁਰਿਆ। ਇੱਕ ਦਿਨ ਇਹ ਕਚਕੌਲ ਲੈ ਗਿਆ ਮੁਰਸ਼ਦ ਮੂਹਰੇ ਧਰਿਆ,
झूठ झूठ कर उस उलटाया खाली सारा करया। फिर कहने लगे मल मल के धोता इस नूं मैल इलम दी लाही, वेखो यह कचकौल लिशकिया कंवल वांग फिर खिड़िया। कहने लगे फिर गुरु ने जदों इस नूं मल के धोता ते फिर यह मातरूपी भांडा जिहदे विच इधरों उधरों दा बहुत कुछ इकट्ठा करके पाया सी, गुरु ने किरपा करके उस नूं कमल दे फुल दे वांग कहण लगे लिशका दिता। मनुख नूं सब तो वध जिहड़ा हंकार विदवता दा ज्ञान दा हुंदा है। ते ऐसी ही एक घटना दा जिक्र दसम पातशाह जी दे वेले भी इतिहासकार लिखदे ने। गुरु गोबिंद सिंह पातशाह जी जिस वेले आनंदपुर साहिब विराजमान ने, सतगुरु जी दे दर ते संगतां आउंदियां ने, गुरु साहब जी दे दर्शन करदियां ने। सतगुरु जी दे दरबार दे अंदर 52 कवि भी सतगुरु जी ने रखे सन। आप जी ने इतिहास विच पढ़िया होवेगा। उन्हां कवियां दे विचों ही एक कवि हंसराज होया, जिसने एक दिन बैठे बैठे उहदे मन विच विचार आई ते उहनूं कुछ सवैये ਉਹਨੇ कुछ रचनावां लिखियां ते ਉਹਦੇ कोल कोई कागज़ नहीं सी ते ਉਹਨੇ की कीता अपने पट ते ਉਹ सवैये लिख लए। ते ਉਹਦੇ मन विच ਇਹ विचार आई भी मैं बड़ा सोहना सवैया उचारिया है, मैं बहुत वधिया लिखिया है। हुण मन विच हंकार आया ते ਉਹਨੇ सोचिया भी मैं गुरु गोबिंद सिंह जी नूं ਇਹ सवैया सुनाण दे नालों मैं किसी राजे नूं किसी होर नूं जाके सुणावांगा, किसी होर दे दरबार विच जाके सुणावांगा ते उत्थे जाके मैनूं बहुत ज़्यादा इनाम मिलेगा, मैनूं बहुत सारा सन्मान मिलेगा उन्हां दे वल्लों। पर जिस वेले गुरु साहब जी नूं इस गल दा पता लगा, सतगुर दी अंतरजामी जदों इस गल दा साहिब जी नूं पता लगदा है ते गुरु साहब जी हुक्म करदे ने सिखां नूं, भाई तुसीं इन्हां कवियां नूं, इन्हां नूं ना बड़ी खुशकी हो चुकी है ते इन्हां नूं चंगी तरह तेल दी मालिश करके ते दही ते गर्म पानी दे नाल इन्हां दा इशनान करवाओ। हुण बाकी दे कवि ते बड़ी खुशी खुशी इशनान करन लई राजी हो गए ते कराउंदे हन। पर जदों हंसराज दी वारी आउंदी है ते ओह बहाने लाउंदा है, क्योंकि उहने पट ते सवैया लिखिया सी ते ਉਹਨੂੰ ਇਹ ਸੀ ਵੀ ਜੇ ਇਸ਼ਨਾਨ ਹੋਵੇਗਾ, ਮਾਲਿਸ਼ ਹੋਵੇਗੀ ਤੇ ਅੱਖਰ ਮਿਟ ਜਾਣਗੇ ਤੇ ਮੈਨੂੰ ਫਿਰ ਚੇਤੇ ਨਹੀਂ ਰਹਿਣੇ। ਇਸ ਕਰਕੇ ਉਹ ਟਾਲ ਮਟੋਲ ਕਰਦਾ। ਗੁਰੂ ਸਾਹਿਬ ਜੀ ਕਹਿੰਦੇ ਹੰਸਰਾਜ ਗੱਲ ਤੇ ਅਸਲ ਵਿੱਚ ਇਹ ਆ ਵੀ ਤੈਨੂੰ ਵਿਦਵਤਾ ਦਾ ਜੋ ਤੇਰਾ ਹੰਕਾਰ ਹੈ ਉਹ ਹੰਕਾਰ ਅਸੀਂ ਤੋੜਨਾ ਸੀ। ਤੇ ਗੁਰੂ ਸਾਹਿਬ ਜੀ ਕਹਿੰਦੇ ਵੀ ਤੁਹਾਨੂੰ ਇਹ ਵਿਦਵਤਾ ਦਾ ਹੰਕਾਰ ਹੈ, ਤੁਸੀਂ ਜੋ ਮਰਜ਼ੀ ਰਚਨਾ ਉਚਾਰੋ, ਕਿਸੇ ਵੀ ਸਧਾਰਨ ਤੋਂ ਸਧਾਰਨ ਸਿੱਖ ਨੂੰ ਲੈ ਕੇ ਆਓ, ਤੁਸੀਂ ਕਿਸੇ ਵੀ ਸਿੱਖ ਨੂੰ ਲੈ ਕੇ ਆਓਗੇ, ਤੁਹਾਡੀਆਂ ਰਚਨਾਵਾਂ ਦੇ ਬਹੁਤ ਸਰਲਤਾ ਦੇ ਨਾਲ ਅਰਥ ਕਰ ਸਕਦਾ ਹੈ, ਸੌਖੇ ਤਰੀਕੇ ਦੇ ਨਾਲ। ਤੇ ਇਸ ਗੱਲ ਦਾ ਕਵੀਆਂ ਨੂੰ ਗੁੱਸਾ ਲੱਗਦਾ ਵੀ ਗੁਰੂ ਸਾਹਿਬ ਜੀ ਸਾਡੀ ਵਿਦਵਤਾ ਉੱਤੇ ਇਸ ਤਰ੍ਹਾਂ ਦੀ ਗੱਲ ਕਰਦੇ ਨੇ। ਤੇ ਕਵੀਆਂ ਦੇ ਵਿੱਚੋਂ ਇੱਕ ਚੰਦਨ ਕਵੀ ਇੱਕ ਸਵਈਆ ਉਚਾਰਦਾ ਹੈ ਤੇ ਭਾਈ ਧੰਨਾ ਸਿੰਘ ਜਿਹੜਾ ਕਿ ਗੁਰੂ ਘਰ ਵਿੱਚ ਸੇਵਾ ਕਰਦਾ ਹੈ, ਘੋੜਿਆਂ ਲਈ ਘਾਹ ਲੈ ਕੇ ਆਉਂਦਾ ਹੈ ਤੇ ਉਹਨੂੰ ਕਹਿੰਦੇ ਵੀ ਇਹ ਸਧਾਰਨ ਜਿਹਾ ਬੰਦਾ, ਇਹਨੂੰ ਲੈ ਕੇ ਆਓ, ਇਹਦੇ ਕੋਲ ਅਰਥ ਕਰਾ ਕੇ ਵੇਖੋ। ਪਰ ਉਹ ਭਾਈ ਧੰਨਾ ਸਿੰਘ ਜੀ ਉਸ ਚੰਦਨ ਕਵੀ ਦੇ ਉਚਾਰਨ ਕੀਤੇ ਸਵਈਆਂ ਦੀ ਬਹੁਤ ਸਰਲਤਾ ਦੇ ਨਾਲ ਅਰਥ ਕਰ ਦਿੰਦੇ ਨੇ। ਤੇ ਨਾਲ ਹੀ ਫਿਰ ਗੁਰੂ ਸਾਹਿਬ ਜੀ ਕਹਿੰਦੇ ਨੇ ਭਾਈ ਧੰਨਾ ਸਿੰਘ ਜੀ ਇਹਨਾਂ ਦਾ ਹੰਕਾਰ ਕਿਤੇ ਟੁੱਟਣਾ ਅੱਧਾ ਹੀ ਨਾ ਰਹਿ ਜਾਵੇ, ਹੁਣ ਤੁਸੀਂ ਆਪਣੇ ਵੱਲੋਂ ਕੋਈ ਸਵਈਆ ਉਚਾਰੋ ਜਿਹਦੇ ਨਾਲ ਇਹਨਾਂ ਦਾ ਹੰਕਾਰ ਟੁੱਟ ਸਕਦਾ ਹੈ। ਤੇ ਖੈਰ ਇਹ ਵਿਚਾਰ ਬਹੁਤ ਲੰਮੀ ਹੈ, ਸਮਾਂ ਆਪਣੇ ਕੋਲ ਇੰਨਾ ਹੈ ਨਹੀਂ ਕਿ ਜੋ ਵਿਚਾਰ ਫਿਰ ਭਗਤ ਧੰਨਾ ਜੀ ਦੱਸਦੇ ਨੇ, ਜੋ ਸਵਈਆ ਉਚਾਰਨ ਕਰਦੇ ਨੇ, ਕੇਵਲ ਮੈਂ ਦੋ ਕੁ ਪੰਕਤੀਆਂ ਆਪ ਜੀ ਦੇ ਨਾਲ ਸਾਂਝੀਆਂ ਕਰਾਂ। ਉਚਾਰਨ ਕਰਦੇ ਨੇ ਮੀਨ ਮਰੇ ਜਲ ਕੇ ਪਰਸੇ ਕਬਹੂ ਨਾ ਮਰੇ, ਪਰ ਪਾਵਕ ਪਾਏ ਹਾਥੀ ਮਰੇ ਮਦ ਕੇ ਪਰਸੇ ਕਬਹੂ ਨਾ ਮਰੇ, ਤਨ ਤਾਪ ਕੇ ਆਏ ਪੀ ਮਰੇ ਤੀ ਕੇ ਪਰਸੇ, ਤੀ ਮਰੇ ਪੀ ਕੇ ਪਰਸੇ ਕਬਹੂ ਨਾ ਮਰੇ, ਪਰਦੇਸ ਸਿਧਾਏ ਗੂੜ ਮੈਂ ਬਾਤ ਕਹੀ ਦਜਰਾਜ, ਵਿਚਾਰ ਸਕੈ ਨਾ ਬਿਨਾ ਚਿਤ ਲਾਏ। ਇਹ ਸਵਈਏ ਦੇ ਅਰਥ ਨਹੀਂ ਉਹਨਾਂ ਕਵੀਆਂ ਨੂੰ ਆਏ। ਤੇ ਭਾਈ ਧੰਨਾ ਸਿੰਘ ਜੀ ਨੇ ਫਿਰ ਦੱਸਿਆ ਇਸ ਪ੍ਰਕਾਰ ਉਹਨਾਂ ਦਾ ਹੰਕਾਰ ਟੁੱਟਦਾ ਹੈ। ਗੁਰੂ ਸਾਹਿਬ ਜੀ
ਪੰਜੋਖੜਾ ਸਾਹਿਬ ਤੋਂ ਅੱਗੇ ਜਦੋਂ ਦਿੱਲੀ ਵੱਲ ਆਉਂਦੇ ਨੇ, ਆਰਾਮ ਦੇ ਨਾਲ ਪ੍ਰਚਾਰ ਕਰਦੇ ਹੋਏ ਇੱਥੇ ਆ ਕੇ ਗੁਰੂ ਸਾਹਿਬ ਜੀ ਦੀ ਆਓ ਭਗਤ ਵਿੱਚ ਰਾਜਾ ਜੈ ਸਿੰਘ ਅਤੇ ਉਹਦੀ ਪਤਨੀ ਰਾਣੀ ਪੁਸ਼ਪਾ ਅਤੇ ਉਹਦਾ ਪੁੱਤਰ ਰਾਮ ਸਿੰਘ ਅਤੇ ਹੋਰ ਬਹੁਤ ਸਾਰੇ ਸਤਿਗੁਰੂ ਜੀ ਨੂੰ ਆ ਕੇ ਅੱਗੋਂ ਲੈਂਦੇ ਨੇ। ਤੇ ਸਤਿਗੁਰੂ ਜੀ ਦਾ ਨਿਵਾਸ ਜਿਹੜਾ ਇਹ ਪਾਵਨ ਅਸਥਾਨ ਜੋ ਅੱਜ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਜੀ ਦੇ ਨਾਮ ਨਾਲ ਸ਼ੋਭਿਤ ਹੈ, ਸਤਿਗੁਰੂ ਜੀ ਨੂੰ ਇਸ ਸਥਾਨ ਤੇ ਸੁਸ਼ੋਭਿਤ ਕਰਦੇ ਹਨ। ਸਤਿਗੁਰੂ ਜੀ ਕਾਫੀ ਸਮਾਂ ਦਿੱਲੀ ਦੇ ਵਿੱਚ ਰਹਿ ਕੇ ਤੇ ਸੰਗਤਾਂ ਦਾ ਉਧਾਰ ਕਰਦੇ ਨੇ। ਸੰਗਤਾਂ ਆਉਂਦੀਆਂ ਨੇ, ਗੁਰੂ ਸਾਹਿਬ ਕੋਲ ਦਰਸ਼ਨ ਕਰਦੀਆਂ ਨੇ ਅਤੇ ਝੋਲੀਆਂ ਭਰ ਕੇ ਬਖਸ਼ਿਸ਼ਾਂ ਦੀਆਂ ਲੈ ਕੇ ਜਾਂਦੀਆਂ ਨੇ। ਖੈਰ ਉਸ ਸਮੇਂ ਹੀ ਦਿੱਲੀ ਦੇ ਵਿੱਚ ਚੇਚਕ ਦੀ ਬਿਮਾਰੀ, ਕਿਉਂਕਿ ਪੁਰਾਣੇ ਸਮਿਆਂ ਦੇ ਅੱਜ ਦੇ ਵਾਂਗ ਸਾਇੰਸ ਦਾ ਯੁੱਗ ਨਹੀਂ ਸੀ ਵੀ ਇੰਨੀਆਂ ਬਹੁਤੀਆਂ ਦਵਾਈਆਂ ਇਲਾਜ ਦੇ ਸਾਧਨ ਨਹੀਂ ਹੁੰਦੇ ਸਨ, ਇਸ ਕਰਕੇ ਲੋਕ ਕਈ ਵਾਰ ਬਿਮਾਰੀਆਂ ਦੇ ਨਾਲ ਮਰ ਜਾਂਦੇ ਸਨ। ਤੇ ਚੇਚਕ ਦੀ ਉਸ ਭਿਆਨਕ ਬਿਮਾਰੀ ਜਿਹੜੀ ਇੱਕ ਮਹਾਮਾਰੀ ਦੇ ਰੂਪ ਦੇ ਵਿੱਚ ਫੈਲਦੀ ਹੈ ਤੇ ਲੋਕ ਮਰਦੇ ਹਨ। ਸਤਿਗੁਰੂ ਜੀ ਖੁਦ ਆਪ ਜਾ ਕੇ ਸੰਗਤਾਂ ਦੀ, ਲੋਕਾਂ ਦੀ ਸੇਵਾ ਕਰਦੇ ਨੇ। ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਸਮੇਂ ਵੀ ਲਾਹੌਰ ਦੇ ਵਿੱਚ ਜਦੋਂ ਕਾਲ ਪਿਆ ਸੀ ਤੇ ਗੁਰੂ ਸਾਹਿਬ ਜੀ ਉੱਥੇ ਜਾ ਕੇ ਕਈ ਦਿਨ ਸਤਿਗੁਰੂ ਜੀ ਨੇ ਸੇਵਾ ਕੀਤੀ। ਕਾਲ ਤੋਂ ਪੀੜਤ ਜਿਹੜੇ ਲੋਕ ਸਨ, ਜਿਹੜੇ ਮਰ ਚੁੱਕੇ ਸਨ, ਉਹਨਾਂ ਦਾ ਸੰਸਕਾਰ ਕਰਵਾਇਆ। ਇਸੇ ਪ੍ਰਕਾਰ ਹੀ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਇਸ ਗੱਲ ਦੀ ਪਰਵਾਹ ਨਹੀਂ ਸਨ ਕਰਦੇ, ਕਿਉਂਕਿ ਚੇਚਕ ਦੀ ਬਿਮਾਰੀ ਐਸੀ ਬਿਮਾਰੀ ਹੈ ਵੀ ਕਿਸੇ ਦੇ ਸੰਪਰਕ ਵਿੱਚ ਜਾਇਆ ਇਹ ਦੂਜੇ ਬੰਦੇ ਨੂੰ ਬਹੁਤ ਛੇਤੀ ਹੋ ਜਾਂਦੀ ਹੈ। ਇਸ ਕਰਕੇ ਕਈ ਵਾਰ ਕਿਸੇ ਦੇ ਇਹ ਬਿਮਾਰੀ ਆ ਜਾਵੇ ਤੇ ਡਾਕਟਰ ਇਹ ਹਦਾਇਤ ਕਰਦਾ ਹੈ ਵੀ ਜਦੋਂ ਤੱਕ ਇਹਦੇ ਬਿਮਾਰੀ ਹੈ, ਇਹਦੇ ਭਾਂਡੇ ਜਿਹੜੇ ਨੇ ਖਾਣ ਪੀਣ ਵਾਲੇ, ਇਹਦੇ ਬਸਤਰ ਜਿਹੜੇ, ਉਹ ਬਾਕੀ ਪਰਿਵਾਰ ਦੇ ਮੈਂਬਰਾਂ ਨਾਲੋਂ ਵੱਖਰੇ ਰੱਖੇ ਜਾਣ, ਕਿਉਂਕਿ ਇਹ ਬਿਮਾਰੀ ਦੂਜੇ ਦੇ ਸੰਪਰਕ ਵਿੱਚ ਆਇਆ ਬਹੁਤ ਛੇਤੀ ਹੋ ਜਾਂਦੀ ਹੈ। ਪਰ ਸਤਿਗੁਰੂ ਜੀ ਨੇ ਇਸ ਗੱਲ ਦਾ ਕੋਈ ਪਰਵਾਹ ਨਹੀਂ ਕੀਤੀ, ਭਾਵੇਂ ਕਿ ਕੁਝ ਮੁਖੀ ਸਿੱਖਾਂ ਨੇ ਗੁਰੂ ਸਾਹਿਬ ਜੀ ਨੂੰ ਆਖਿਆ ਵੀ ਤੁਸੀਂ ਇੰਝ ਨਾ ਕਰਿਆ ਕਰੋ, ਤੁਸੀਂ ਇੱਕ ਜਗ੍ਹਾ ਤੇ ਬੈਠ ਕੇ ਸੰਗਤਾਂ ਨੂੰ ਉਪਦੇਸ਼ ਕਰਿਆ ਕਰੋ। ਪਰ ਸਤਿਗੁਰੂ ਜੀ ਇਸ ਗੱਲ ਦੀ ਨਾ ਪਰਵਾਹ ਕਰਦੇ ਹੋਏ ਸਤਿਗੁਰੂ ਜੀ ਹਰ ਇੱਕ ਥਾਂ ਤੇ ਜਾ ਕੇ ਸੰਗਤਾਂ ਦੀ ਸੇਵਾ ਕਰਦੇ ਨੇ। ਸੋ ਇਸ ਪ੍ਰਕਾਰ ਕੁਝ ਸਮੇਂ ਬਾਅਦ ਸਤਿਗੁਰੂ ਜੀ ਦੇ ਸਰੀਰ ਦੇ ਉੱਤੇ ਵੀ ਇਸ ਬਿਮਾਰੀ ਦੇ ਜਿਹੜੇ ਉਹ ਲੱਛਣ ਨੇ ਉਹ ਹੌਲੀ ਪ੍ਰਗਟ ਹੁੰਦੇ ਨੇ। ਤੇ ਗੁਰੂ ਸਾਹਿਬ ਜੀ ਆਪਣਾ ਅੰਤ ਸਮਾਂ ਨੇੜੇ ਜਾਣਦਿਆਂ ਹੋਇਆਂ ਜੋ ਪਾਵਨ ਸਥਾਨ ਜਮਨਾ ਦੇ ਕੰਢੇ ਤੇ ਸੀ ਗੁਰਦੁਆਰਾ ਬਾਲਾ ਸਾਹਿਬ, ਉਸ ਸਥਾਨ ਤੇ ਜਾਂਦੇ ਹਨ। ਤੇ ਗੁਰੂ ਸਾਹਿਬ ਜੀ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਬਾਬਾ ਬੱਸੇ ਗ੍ਰਾਮ ਬਕਾਲੇ ਦੇ ਬਚਨਾਂ ਅਨੁਸਾਰ ਗੁਰਤਾ ਗੱਦੀ ਜਿਹੜੀ ਹੈ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੂੰ ਸੌਂਪਣਾ ਕਰਦੇ ਨੇ। ਸੋ ਸਾਧ ਸੰਗਤ ਜੀ, ਸਾਨੂੰ ਗੁਰੂ ਸਾਹਿਬ ਜੀ ਦੇ ਜੀਵਨ ਤੋਂ ਸੇਧ ਲੈਣੀ ਚਾਹੀਦੀ ਹੈ। ਸਾਨੂੰ ਇਹ ਨਹੀਂ ਸਮਝਣਾ ਚਾਹੀਦਾ ਜਾਂ ਇਹ ਨਹੀਂ ਮੰਨਣਾ ਚਾਹੀਦਾ। ਕਈ ਵਾਰ ਅਸੀਂ ਇਹ ਗੱਲ ਕਹਿ ਦਿੰਦੇ ਹਾਂ, ਵਡੇਰੀ ਉਮਰ ਵਾਲੇ ਕਈ ਸੱਜਣ, ਵੀ ਜੇਕਰ ਕੋਈ ਛੋਟੀ ਉਮਰ ਵਾਲਾ ਸਹੀ ਗੱਲ ਕਰਦਾ ਹੈ ਜਾਂ ਗੁਰੂ ਦੀ ਗੱਲ ਉਹਨਾਂ ਨੂੰ ਦੱਸਦਾ ਹੈ ਤੇ ਉਹ ਅੱਗੋਂ ਇਹ ਮਜ਼ਾਕ ਕਰਦੇ ਵੀ ਇਹ ਕੱਲ ਦਾ ਜਵਾਕ ਸਾਨੂੰ ਕੀ ਉਪਦੇਸ਼ ਦਿੰਦਾ ਹੈ। ਉਹ ਤੇ ਗੁਰੂ ਦੀ ਮੱਤ, ਗੁਰੂ ਦੀ ਵਿਚਾਰ ਹੀ ਸਾਡੇ ਨਾਲ ਸਾਂਝੀ ਕਰਦਾ ਤੇ ਅੱਗੋਂ ਅਸੀਂ ਆਪਣੀ ਹਉਮੈ ਵਿੱਚ ਆ ਕੇ ਇਹੋ ਜਿਹੇ ਬੋਲ ਦਿੰਦੇ ਹਾਂ। ਅਸੀਂ ਜਿਸ ਗੁਰੂ ਦੇ ਦਰਬਾਰ ਵਿੱਚ ਆ ਕੇ ਗੁਰੂ ਅੱਗੇ ਸਿਜਦਾ ਕਰਦੇ ਹਾਂ, ਨਤਮਸਤਕ ਹੋਨੇ ਆ, ਬਾਲਾ ਪ੍ਰੀਤਮ ਕਹਿੰਦੇ ਆ, ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ, ਇਹ ਬਚਨ ਕਹਿੰਦੇ ਹਾਂ ਗੁਰੂ ਸਾਹਿਬ ਜੀ ਦੇ। ਤੇ ਜੇ ਸਤਿਗੁਰੂ ਜੀ ਦੀਆਂ ਬਖਸ਼ਿਸ਼ਾਂ ਦੇ ਅਸੀਂ ਪਾਤਰ ਤਾਂ ਹੀ ਬਣਾਂਗੇ ਜੇ ਸਤਿਗੁਰੂ ਜੀ ਦੇ ਜੀਵਨ ਤੋਂ ਸੇਧ ਲੈ ਕੇ ਅਤੇ ਉਹਨਾਂ ਦੇ ਜੀਵਨ ਤੋਂ ਕੁਝ ਸਿੱਖਾਂਗੇ ਆਪਾਂ। ਸੋ ਹੁਣ ਸਤਿਗੁਰੂ ਜੀ ਦੇ ਦੁਆਰਾ ਉਚਾਰਨ ਕੀਤੇ ਹੋਏ ਪਾਵਨ ਬਚਨ ਜੋ ਮੱਘਰ ਦੇ ਮਹੀਨੇ ਨੂੰ ਆਧਾਰ ਬਣਾ ਕੇ ਗੁਰੂ ਸਾਹਿਬ ਜੀ ਨੇ ਅੱਜ ਦਾ ਉਪਦੇਸ਼ ਸਾਨੂੰ ਸਮਝਾਇਆ ਹੈ। ਮੰਗਰ ਮਹਾ ਭਲਾ ਹਰ ਗੁਣ ਅੰਕ ਸਮਾਵੇ, ਗੁਣਵੰਤੀ ਗੁਣ ਰਵੈ, ਮੈਂ ਫਿਰ ਨਿਹਚਲ ਭਾਵੇ। ਸਤਿਗੁਰੂ ਜੀ ਮਹੀਨਿਆਂ ਨੂੰ ਆਧਾਰ ਬਣਾ ਕੇ ਸਾਨੂੰ ਗੁਰਮਤਿ ਦਾ ਉਪਦੇਸ਼ ਦ੍ਰਿੜ ਕਰਵਾਉਂਦੇ ਨੇ, ਪਰ ਨਾਲ ਸਤਿਗੁਰੂ ਜੀ ਗੱਲ ਕਹਿੰਦੇ ਨੇ ਵੀ ਕੋਈ ਵੀ ਦਿਨ ਨੂੰ ਤੂੰ ਚੰਗਾ ਮਾੜਾ ਨਾ ਸਮਝਿਆ ਕਰ। ਇਹ ਨਾ ਸੋਚਿਆ ਕਰ ਵੀ ਮੰਗਲਵਾਰ ਬਾਕੀ ਦਿਨਾਂ ਨਾਲੋਂ ਜ਼ਿਆਦਾ ਪਵਿੱਤਰ ਹੈ। ਚੰਗਾ ਮੰਦਾ ਤੇਰੀ ਆਪਣੀ ਸੋਚ ਤੇ ਤੇਰੇ ਆਪਣੇ ਕੀਤੇ ਕਰਮਾਂ ਤੇ ਡਿਪੈਂਡ ਕਰਦਾ ਹੈ, ਨਿਰਭਰ ਕਰਦਾ ਹੈ। ਸਤਿਗੁਰੂ ਜੀ ਤਾਂ ਬਚਨ ਕਰਦੇ ਨੇ, ਮਹਾ ਦਿਵਸ ਮਹੂਰਤ ਭਲੇ ਜਿਸ ਕੋ ਨਦਰ ਕਰੇ, ਨਾਨਕ ਮੰਗੈ ਦਰਸ਼ਦਾਨ ਕਿਰਪਾ ਕਰੋ ਹਰੇ।
ਸਤਿਗੁਰੂ ਜੀ ਕਹਿੰਦੇ ਸਾਰੇ ਦਿਨ ਚੰਗੇ ਨੇ, ਸਾਰੇ ਮਹੀਨੇ ਚੰਗੇ ਨੇ। ਜੇ ਤੂੰ ਮਹੀਨੇ ਦੀ ਆਰੰਭਤਾ ਵਾਲੇ ਦਿਨ ਬੰਦਿਆ ਗੁਰੂ ਦੇ ਦਰ ਤੇ ਆ ਕੇ ਸਜਦਾ ਕਰਦਾ ਹੈ ਤੇ ਤੈਨੂੰ ਸਾਰੇ ਮਹੀਨੇ ਵੀ ਆਉਣਾ ਚਾਹੀਦਾ ਹੈ। ਇਹ ਨਾ ਸੋਚ ਕਿ ਇੱਕ ਦਿਨ ਆ ਕੇ ਹੀ ਸ਼ਾਇਦ ਗੁਰੂ ਦੀ ਬਖਸ਼ਿਸ਼ ਮੈਨੂੰ ਮਿਲ ਜਾਵੇ। ਸਾਹਿਬ ਜੀ ਕਹਿੰਦੇ ਮੱਘਰ ਦਾ ਮਹੀਨਾ ਉਹਨਾਂ ਜੀਵ ਇਸਤਰੀਆਂ ਦੇ ਵਾਸਤੇ ਭਲਾ ਹੈ, ਚੰਗਾ ਲੱਗਦਾ ਹੈ। ਹਰ ਗੁਣ ਅੰਕ ਸਮਾਵੇ, ਜਿਹੜੇ ਉਸ ਮਾਲਕ ਦੇ ਗੁਣਾਂ ਨੂੰ, ਉਹਦੇ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਵਸਾਉਂਦੀਆਂ ਨੇ। ਜੋ ਜੀਵ ਇਸਤਰੀਆਂ ਗੁਰੂ ਸਾਹਿਬ ਜੀ ਦੇ ਦੱਸੇ ਬਚਨਾਂ ਨੂੰ ਉਹਦੇ ਅਨੁਸਾਰ ਆਪਣੇ ਜੀਵਨ ਵਿੱਚ ਤੁਰਦੀਆਂ ਨੇ, ਗੁਣਵੰਤੀ ਗੁਣ ਰਵੈ। ਜਿਹੜੀਆਂ ਜੀਵ ਇਸਤਰੀਆਂ ਗੁਣਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਦੀਆਂ, ਕਿਉਂਕਿ ਗੁਰੂ ਸਾਹਿਬ ਜੀ ਦਾ ਪਾਵਨ ਉਪਦੇਸ਼ ਹੈ, ਅਵਗੁਣ ਛੋੜ ਗੁਣਾ ਕੋ ਧਾਵੋ, ਕਰ ਅਵਗੁਣ ਪਛੋ ਤਾਹੀ ਜੀਓ। ਅਵਗੁਣਾਂ ਨੂੰ ਛੱਡ ਕੇ ਬੰਦਿਆ ਗੁਣਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰ, ਕਿਉਂਕਿ ਔਗਣ ਕਰਨ ਦੇ ਨਾਲ ਤੈਨੂੰ ਉਸ ਮਾਲਕ ਦੀ ਦਰਗਾਹ ਦੇ ਵਿੱਚ ਤੈਨੂੰ ਸ਼ਰਮਿੰਦਗੀ ਨਾਲ ਸਿਰ ਨੀਵਾਂ ਕਰਨਾ ਪਵੇਗਾ। ਇਸ ਕਰਕੇ ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛਤਾਈਐ। ਅਜਿਹਾ ਕੰਮ ਕਦੇ ਨਾ ਕਰ ਜਿਹਦੇ ਨਾਲ ਤੈਨੂੰ ਪਛਤਾਉਣਾ ਪਵੇ। ਸਤਿਗੁਰੂ ਜੀ ਸਮਝਾਉਂਦੇ ਨੇ, ਹੋਰ ਸਾਰਾ ਜਗ ਜਿਹੜਾ ਹੈ ਉਹ ਨਾਸ਼ਵੰਤ ਹੈ। ਨਿਹਚਲ ਚਤੁਰ ਸੁਜਾਨ ਵਿਧਾਤਾ, ਚੰਚਲ ਜਗਤ ਸੁਭਾਇਆ। ਇਹ ਜਗਤ ਜਿਹੜਾ ਨਾਸ਼ਵੰਤ ਹੈ, ਕਿਉਂਕਿ ਗੁਰੂ ਸਾਹਿਬ ਜੀ ਦਾ ਬਚਨ ਹੈ, ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ। ਇਸ ਕਰਕੇ ਸਾਹਿਬ ਜੀ ਕਹਿੰਦੇ ਇਹ ਗੱਲ ਤਾਂ ਅਟਲ ਹੈ ਬੰਦਿਆ, ਸੱਚੀ ਹੈ ਵੀ ਮੌਤ ਸਭ ਤੇ ਆਉਣੀ ਹੈ, ਮੌਤ ਤੋਂ ਕੋਈ ਬਚ ਨਹੀਂ ਸਕਿਆ। ਪਰ ਤੂੰ ਇਸ ਗੱਲ ਨੂੰ ਯਾਦ ਰੱਖ, ਤੇਰਾ ਜੀਵਨ ਸਫਲਾ ਹੋ ਜਾਵੇਗਾ ਜੇ ਤੂੰ ਉਸ ਮਾਲਕ ਨੂੰ ਯਾਦ ਕਰੇਂਗਾ। ਨਾਨਕ ਹਰ ਗੁਣ ਗਾਏ ਲਈ ਛਾੜ ਸਗਲ ਜੰਜਾਰ। ਜੇ ਸਤਿਗੁਰੂ ਜੀ ਬਚਨ ਕਰਦੇ ਨੇ, ਜੋ ਆਇਆ ਸੋ ਚਲ ਸੀ, ਸਭ ਕੋਈ ਆਈ ਵਾਰੀਏ। ਤੇ ਨਾਲ ਹੀ ਸਤਿਗੁਰੂ ਜੀ ਕਹਿੰਦੇ ਨੇ, ਜਿਸਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਨੋਂ ਵਿਸਾਰੀ ਹੈ। ਜੇ ਸਾਹਿਬ ਜੀ ਬਚਨ ਕਰਦੇ ਨੇ, ਹਮ ਆਦਮੀ ਹਾਂ ਇੱਕਦਮੀ, ਮੋਹਲਤ ਮੋਹਤ ਨਾ ਜਾਣਾ, ਤੇ ਫਿਰ ਨਾਲ ਹੀ ਕਹਿ ਦਿੰਦੇ ਨੇ, ਨਾਨਕ ਬਿਨਵੈ ਤਿਸੈ ਸਰੇਵੋ ਜਾ ਕੇ ਜੀ ਪ੍ਰਾਣਾ। ਜਿੱਥੇ ਮੌਤ ਦੀ ਗੱਲ ਕਰਦੇ ਨੇ ਵੀ ਮਰਨਾ ਸੱਚ ਹੈ, ਮਰਨਾ ਸਭ ਨੇ, ਥਿਰ ਕੋਈ ਨਹੀਂ ਰਹਿ ਸਕਦਾ, ਫਿਰ ਉੱਥੇ ਨਾਲ ਹੀ ਕਹਿੰਦੇ ਨੇ ਵੀ ਉਸ ਰੱਬ ਨੂੰ ਚੇਤੇ ਕਰ, ਤੇਰਾ ਜਨਮ ਇਹ ਜਿਹੜਾ ਸਕਾਰਥ ਹੋ ਜਾਵੇ, ਤੇਰਾ ਇਹ ਜਨਮ ਜਿਹੜਾ ਹੈ ਇਹ ਸਫਲਾ ਹੋ ਸਕਦਾ ਤੇਰਾ ਜੀਵਨ। ਸਾਹਿਬ ਜੀ ਕਹਿੰਦੇ ਨੇ, ਉਹ ਮਾਲਕ ਜਿਹੜਾ ਸਿਰਜਣਹਾਰ ਚਤੁਰ ਸਿਆਣਾ ਹੈ, ਉਹ ਸਦਾ ਕਾਇਮ ਰਹਿਣ ਵਾਲਾ ਹੈ। ਉਹ ਕਦੇ ਮਰਦਾ ਨਹੀਂ, ਕਦੇ ਉਹ ਜੂਨਾਂ ਵਿੱਚ ਨਹੀਂ ਆਉਂਦਾ, ਕਦੇ ਜੰਮਦਾ ਮਰਦਾ ਨਹੀਂ ਹੈ। ਉਹਨੇ ਅਟਲ ਰਹਿਣਾ ਹੈ, ਸਦਾ ਰਹਿਣਾ ਹੈ। ਇਸ ਕਰਕੇ ਆਪਾਂ ਗੁਰੂ ਸਾਹਿਬ ਜੀ ਦੇ ਬਚਨ ਪੜ੍ਹਦੇ ਹਾਂ, ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾ ਤਾਰ। ਉਹ ਮਾਲਕ ਸਦਾ ਥਿਰ ਰਹਿਣ ਵਾਲਾ ਹੈ। ਸਾਹਿਬ ਜੀ ਕਹਿੰਦੇ, ਨਿਹਚਲ ਚਤੁਰ ਸੁਜਾਨ ਵਿਧਾਤਾ, ਚੰਚਲ ਜਗਤ ਸੁਭਾਇਆ। ਉਹ ਮਾਲਕ ਜਿਹੜਾ ਹੈ ਸਿਆਣਾ ਹੈ, ਸਮਝਦਾਰ ਹੈ, ਪਰ ਮਨੁੱਖ ਸੋਚਦਾ ਹੈ ਵੀ ਮੈਂ ਆਪਣੀ ਸਿਆਣਪ ਚਤੁਰਾਈਆਂ ਦੇ ਨਾਲ ਸ਼ਾਇਦ ਰੱਬ ਨੂੰ ਮੈਂ ਭੁਲੇਖੇ ਵਿੱਚ ਪਾ ਦੇਵਾਂ। ਇਸ ਕਰਕੇ ਕਬੀਰ ਸਾਹਿਬ ਜੀ ਕਹਿੰਦੇ ਨੇ, ਬੰਦਿਆ ਇਹ ਨਾ ਸੋਚ ਰੱਬ ਕੋਈ ਅਣਜਾਣਾ ਨਹੀਂ ਹੈ, ਰੱਬ ਕੋਈ ਬੱਚਾ ਨਹੀਂ ਹੈ ਵੀ ਜਿਹਨੂੰ ਤੂੰ ਭੁਲੇਖੇ ਦੇ ਵਿੱਚ ਪਾ ਦੇਵੇਂਗਾ। ਮਾਥੇ ਤਿਲਕ ਹੱਥ ਮਾਲਾ ਬਾਨਾ, ਲੋਗਨ ਰਾਮ ਖਿਲੋਨਾ ਜਾਨਾ। ਲੋਕ ਸੋਚਦੇ ਨੇ ਵੀ ਜਿਵੇਂ ਅਸੀਂ ਆਪਣੀ ਸਿਆਣਪ ਦੇ ਨਾਲ, ਚਤੁਰਾਈ ਦੇ ਨਾਲ ਦੂਜੇ ਨਾਲ ਠੱਗੀ ਮਾਰ ਲੈਂਦੇ ਆ, ਸ਼ਾਇਦ ਰੱਬ ਵੀ ਇਸ ਤਰ੍ਹਾਂ ਠੱਗ ਲਵਾਂਗੇ, ਸ਼ਾਇਦ ਉਹਨੂੰ ਵੀ ਭਰਮਾਇਆ ਜਾ ਸਕਦਾ ਹੈ। ਕਬੀਰ ਸਾਹਿਬ ਜੀ ਕਹਿੰਦੇ, ਅੰਤਰ ਮੈਲ ਜੇ ਤੀਰਥ ਨਾਵੈ, ਤਿਸ ਬੈਕੁੰਠ ਨਾ ਜਾਨਾ। ਲੋਕ ਪਤੀਣੇ ਕਛੂ ਨਾ ਹੋਵੇ, ਨਾ ਹੀ ਰਾਮ ਅਯਾਨਾ। ਉਹ ਲੋਕਾਂ ਦੇ ਪਤੀਜਨ ਨਾਲ ਕੀ ਹੋ ਜਾਵੇਗਾ? ਲੋਕ ਤਾਂ ਕਹਿਣਗੇ ਬੜਾ ਧਰਮੀ ਹੈ, ਪਰ ਰੱਬ ਨੂੰ ਤੇ ਪਤਾ ਹੈ ਨਾ ਵੀ ਇਹ ਧਰਮ ਦੀ ਆੜ ਵਿੱਚ ਕੀ ਕਰਦਾ ਹੈ। ਉਸ ਮਾਲਕ ਨੂੰ ਸਭ ਪਤਾ ਹੈ। ਸਾਹਿਬ ਜੀ ਅੱਗੇ ਬਚਨਕਾਰੇ ਕਹਿਣ ਲੱਗੇ, ਗਿਆਨ ਧਿਆਨ ਗੁਣ ਅੰਕ ਸਮਾਣੇ, ਪ੍ਰਭ ਭਾਣੇ ਤਾਂ ਪਾਇਆ। ਸਾਹਿਬ ਜੀ ਕਹਿੰਦੇ ਨੇ, ਉਸ ਮਾਲਕ ਦਾ ਗਿਆਨ, ਉਹਦੀ ਵਿਚਾਰ, ਉਹ ਗੁਣਾਂ ਵਾਲੀ ਜੀਵ ਇਸਤਰੀ ਨੂੰ ਉਹ ਮਾਲਕ ਪਿਆਰਾ ਲੱਗਦਾ ਹੈ, ਜੋ ਉਸ ਦੇ ਗੁਣਾਂ ਨੂੰ ਚੇਤੇ ਕਰਦੀ ਹੈ। ਪ੍ਰਭ ਭਾਣੇ ਤਾਂ ਪਾਇਆ, ਜਿਹਨੂੰ ਪ੍ਰਭੂ ਦੀ ਵਿਚਾਰ ਚੰਗੀ ਲੱਗਦੀ ਹੈ। ਕਬੀਰ ਸਾਹਿਬ ਜੀ ਕਹਿੰਦੇ ਨੇ, ਇਹ ਮੇਰਾ ਜਿਹੜਾ ਮਨ ਸੀ
ਇਹ ਹੁਣ ਸਹਿਜੇ ਹੀ ਗੁਰੂ ਦੀ ਵਿਚਾਰ ਦੇ ਵਿੱਚ, ਪ੍ਰਭੂ ਦੀ ਵਿਚਾਰ ਵਿੱਚ ਪਤੀਜ ਗਿਆ ਹੈ। ਅਬ ਮੋਹਿ ਰਾਮ ਆਪਣਾ ਕਰ ਜਾਣਿਆ, ਸਹਿਜ ਸੁਭਾਏ ਮੇਰਾ ਮਨ ਮਾਨਿਆ। ਸਹਿਜੇ ਹੀ ਇਹ ਮਨ ਜਿਹੜਾ ਚੰਚਲ ਸੀ, ਇਹ ਮਨ ਨੂੰ ਪੰਛੀ ਕਿਹਾ ਹੈ, ਕਿਤੇ ਮਨ ਨੂੰ ਖੋਤਾ ਕਿਹਾ ਹੈ, ਕਿਤੇ ਮਨ ਨੂੰ ਗੁਰੂ ਸਾਹਿਬ ਜੀ ਕਹਿੰਦੇ ਵੀ ਇਹ ਪੰਛੀ ਦੇ ਵਾਂਗ ਜਿੱਥੇ ਜੀ ਕਰੇ ਬਹਿ ਜਾਂਦਾ ਹੈ। ਮਨ ਖੁਟਹਰ ਤੇਰਾ ਨਹੀਂ ਵਿਸਾਸ ਤੂੰ ਮਹਾ ਉਦਮਾਦਾ। ਗੁਰੂ ਸਾਹਿਬ ਜੀ ਕਹਿੰਦੇ ਨੇ ਇਹ ਮਨ ਜਿਹੜਾ ਹੈ ਹੁਣ ਸਹਿਜੇ ਹੀ ਇਹਨੂੰ ਗੁਰੂ ਦੀ ਰਜ਼ਾ ਵਿੱਚ ਤੁਰਨਾ ਹੁਣ ਚੰਗਾ ਲੱਗਣ ਲੱਗ ਪਿਆ ਹੈ। ਫਿਰ ਸਾਹਿਬ ਜੀ ਬਖਸ਼ਿਸ਼ ਕਰੇ ਕਹਿਣ ਲੱਗੇ, ਗੀਤ ਨਾਦ ਕਵਿਤ ਕਵੇ ਸੁਣ, ਰਾਮ ਨਾਮ ਦੁੱਖ ਭਾਗੈ, ਮਾਲਕ ਦਾ ਨਾਮ ਗੁਰੂ ਦੀ ਵਿਚਾਰ ਸੁਣਿਆ। ਸਤਿਗੁਰੂ ਜੀ ਦੇ ਪਾਵਨ ਬਚਨ ਪੜ੍ਹਦੇ ਹਾਂ, ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸਾਹਿਬ ਜੀ ਕਹਿੰਦੇ ਨੇ ਬੰਦਿਆ ਤੇਰੇ ਦੁੱਖ ਦੂਰ ਹੋ ਜਾਣਗੇ, ਗੁਰੂ ਦੀ ਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾ। ਤੇ ਪੰਚਮ ਪਾਤਸ਼ਾਹ ਜੀ ਬਚਨ ਕਰਦੇ ਨੇ, ਕਹਿਣ ਲੱਗੇ ਉਹ ਪੰਜ ਕਾਮਾਦਿਕ ਵਿਕਾਰ ਜਿਹੜੇ ਬੰਦੇ ਨੂੰ ਸਤਾਉਂਦੇ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਬੰਦੇ ਨੂੰ ਦੁਖੀ ਕਰਦੇ ਨੇ। ਜਦੋਂ ਗੁਰੂ ਦੀ ਬਾਣੀ ਨਾਲ ਬੰਦਾ ਸਾਂਝ ਪਾਉਂਦਾ ਆ ਤੇ ਉਹ ਪੰਜ ਵਿਕਾਰ ਵੀ ਜਿਹੜੇ ਉਹ ਸਹਿਜੇ ਹੀ ਜਿੱਤੇ ਜਾਂਦੇ ਨੇ। ਸਤਿਗੁਰੂ ਜੀ ਦਾ ਮੁਬਾਰਕ ਬਚਨ ਹੈ, ਕਹਿਣ ਲੱਗੇ ਜੀਤ ਲਏ ਓਏ ਮਹਾ ਬਿਖਾਦੀ, ਸਹਿਜ ਸੁਹੇਲੀ ਬਾਣੀ, ਕਹੋ ਨਾਨਕ ਮਨ ਭਇਆ ਪ੍ਰਗਾਸਾ, ਪਾਇਆ ਪਦ ਨਿਰਬਾਣੀ। ਗੁਰੂ ਦੀ ਆਤਮਿਕ ਜੀਵਨ ਦੇਣ ਵਾਲੀ, ਸੁਖ ਦੇਣ ਵਾਲੀ ਇਹ ਬਾਣੀ ਜਦੋਂ ਇਹਨੂੰ ਆਪਣੇ ਜੀਵਨ ਦਾ ਆਧਾਰ ਬਣਾਇਆ, ਸਾਹਿਬ ਜੀ ਕਹਿੰਦੇ ਨੇ ਉਹ ਪੰਜ ਬਿਖਾਦੀ ਜਿਹੜੇ ਸਨ, ਪੰਜ ਵੈਰੀ ਸਨ, ਜਿਹੜੇ ਤੰਗ ਕਰਦੇ ਸਨ, ਸਤਾਉਂਦੇ ਸਨ, ਕਹਿਣ ਲੱਗੇ ਹੁਣ ਸਹਿਜੇ ਹੀ ਉਹਨਾਂ ਨੂੰ ਜਿੱਤ ਲਿਆ, ਸਰ ਕਰ ਲਿਆ। ਹੁਣ ਉਹ ਤੰਗ ਨਹੀਂ ਕਰਦੇ, ਹੁਣ ਦੁਖੀ ਨਹੀਂ ਕਰਦੇ। ਇਹ ਸਭ ਕੁਝ ਗੁਰੂ ਦੀ ਬਾਣੀ ਦੀ ਕਿਰਪਾ ਰਹਿਮਤ ਸਦਕਾ ਹੋਇਆ ਹੈ। ਸਤਿਗੁਰੂ ਜੀ ਕਹਿੰਦੇ ਨੇ ਗੁਰੂ ਦੀ ਬਾਣੀ, ਰੱਬ ਦਾ ਨਾਮ ਸੁਣਿਆ ਦੁੱਖਾਂ ਦੀ ਨਿਵਰਤੀ ਹੁੰਦੀ ਹੈ। ਨਾਨਕ ਸਾ ਧਨ ਨਾ ਪਿਆਰੀ, ਅਬ ਭਗਤੀ ਪਿਰ ਆਗੇ। ਕਹਿਣ ਲੱਗੇ ਉਸ ਜੀਵ ਇਸਤਰੀ ਨੂੰ, ਸਾ ਧਨ ਕਹਿੰਦੇ ਨੇ ਜੀਵ ਇਸਤਰੀ ਨੂੰ। ਹੁਣ ਪ੍ਰਭੂ ਪਤੀ ਜਿਹੜਾ ਹੈ, ਨਾ ਸ਼ਬਦ ਦੇ ਅਖਰੀ ਅਰਥ ਨੇ ਖਸਮ, ਪ੍ਰਭੂ ਪਤੀ। ਕਹਿਣ ਲੱਗੇ ਹੁਣ ਉਸ ਪ੍ਰਭੂ ਪਤੀ ਨੂੰ ਪਿਆਰੀ ਹੋ ਜਾਂਦੀ ਹੈ। ਤੇ ਕਿਵੇਂ ਪਿਆਰੀ ਹੁੰਦੀ ਹੈ? ਸਤਿਗੁਰੂ ਜੀ ਕਹਿੰਦੇ ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਜੋ ਗੁਰੂ ਕਹਿੰਦਾ ਉਹਨੂੰ ਸੱਚ ਕਰਕੇ ਜੇ ਜੀਵ ਇਸਤਰੀ ਮੰਨਦੀ ਹੈ ਤਾਂ ਫਿਰ ਸੁਭਾਵਿਕ ਉਸ ਪ੍ਰਭੂ ਪ੍ਰੀਤਮ ਨੂੰ ਪਿਆਰੀ ਲੱਗੇਗੀ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਪਾਵਨ ਬਚਨ ਉਚਾਰਦੇ ਨੇ, ਕਹਿਣ ਲੱਗੇ ਅਸੀਂ ਦੁਹਾਗਣ ਜੀਵ ਇਸਤਰੀਆਂ ਕੇਵਲ ਰੀਸਾਂ ਕਰਦੀਆਂ ਹਾਂ ਗੁਰਮੁਖ ਜੀਵ ਇਸਤਰੀਆਂ ਦਾ, ਪਰ ਸਾਡਾ ਉਹਨਾਂ ਵਰਗੂ ਜੀਵਨ ਨਹੀਂ ਹੈਗਾ। ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ, ਮਨੋ ਕਸੁੱਧਾਂ ਕਾਲੀਆਂ ਬਾਹਰ ਚਿਟਵੀਆਂ। ਰੀਸਾਂ ਕਰੇ ਤਿਨਾੜੀਆਂ ਜੋ ਸੇਵੇ ਦਰ ਖੜੀਆਂ, ਨਾਲ ਖਸਮੈ ਰਤੀਆਂ ਮਾਣੈ ਸੁਖ ਰਲੀਆਂ। ਤੇ ਕਹਿਣ ਲੱਗੇ ਉਹਨਾਂ ਗੁਰਮੁਖ ਜੀਵ ਇਸਤਰੀਆਂ ਦੇ ਜੀਵਨ ਦੀ ਵਿਸ਼ੇਸ਼ਤਾ ਕੀ ਹੈ? ਉਹਨਾਂ ਦੀ ਖੂਬੀ ਇਹ ਹੈ, ਹੁੰਦੈ ਤਾਣ ਨਿਤਾਣੀਆਂ, ਰਹਿ ਨਿਮਾਨਣੀਆਂ। ਤਾਣ ਹੁੰਦਿਆਂ ਹੋਇਆਂ ਵੀ ਜੇ ਬੰਦਾ ਨਿਤਾਣਾ ਰਵੇ ਤੇ ਗੱਲ ਤਾਂ ਬਣਦੀ ਹੈ, ਨਹੀਂ ਤੇ ਜ਼ੋਰ ਤਾਕਤ ਹੁੰਦਿਆਂ ਤੇ ਹਰ ਕੋਈ ਆਪਣੀ ਤਾਕਤ ਦਾ ਦਿਖਾਵਾ ਕਰਦਾ ਹੈ। ਪਰ ਨਿਮਰਤਾ ਤਾਂ ਹੀ ਹੈ ਜੇ ਉਸ ਨੂੰ, ਜੇ ਉਹ ਨਿਮਰਤਾ ਵਿੱਚ ਨਿਮਾਣਾ ਹੋ ਕੇ ਰਹਿੰਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਉਹ ਜੀਵ ਇਸਤਰੀਆਂ ਉਹ ਆਪਣਾ ਦਿਲੀ ਪਿਆਰ ਪ੍ਰਭੂ ਦੇ ਅੱਗੇ ਭੇਟ ਕਰਦੀਆਂ ਨੇ। ਆਪਣਾ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ ਬਚਨਾ ਮੁਤਾਬਿਕ। ਉਸ ਪਰਮੇਸ਼ਰ ਦੇ ਪ੍ਰਭੂ ਦੇ ਬਚਨਾਂ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਂਦੀਆਂ ਨੇ। ਸੋ ਸਤਿਗੁਰੂ ਜੀ ਕਿਰਪਾ ਰਹਿਮਤ ਕਰਨ। ਗੁਰੂ ਪਿਆਰਿਓ, ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਦੇ ਜੀਵਨ ਤੋਂ ਸੇਧ ਲੈ ਕੇ ਆਪਣੇ ਜੀਵਨ ਨੂੰ ਜਿਉਣ ਦਾ ਯਤਨ ਕਰੀਏ। ਆਪਾਂ ਬਚਨ ਪੜ੍ਹਦੇ ਹਾਂ ਸਤਿਗੁਰੂ ਜੀ ਦੇ, ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ। ਤੇ ਗੁਰੂ ਨੂੰ ਵੇਖਣਾ ਕੀ ਹੈ, ਦੁੱਖ ਕਿਵੇਂ ਜਾਣਗੇ? ਭਾਈ ਸਾਹਿਬ ਜੀ ਸ਼ਬਦ ਪੜ੍ਹ ਰਹੇ ਸਨ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗਈ ਪੱਲੇ ਸਭ ਕੁਝ ਪਾਏ। ਸਤਿਗੁਰੂ ਜੀ ਬਾਣੀ ਵਿੱਚ ਦੱਸਦੇ ਨੇ ਤੈਨੂੰ ਦੁੱਖ ਨਹੀਂ ਆਵੇਗਾ, ਪਰ ਕਾ ਬੁਰਾ ਨਾ ਰੱਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ। ਕਿਸੇ ਦਾ ਬੁਰਾ ਨਾ ਆਪਣੇ ਚਿੱਤ ਵਿੱਚ ਰੱਖਿਆ ਕਰ। ਸੋ ਸਤਿਗੁਰੂ ਜੀ ਕਿਰਪਾ ਰਹਿਮਤ ਕਰਨ।
ਸਾਹਿਬਾਨ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਰੋਜ਼ਾਨਾ ਭਰਨ ਦਾ ਸਾਨੂੰ ਬਲ ਉਦਮ ਬਖਸ਼ਿਸ਼ ਕਰਨ। ਸੋ ਸਤਿਗੁਰ ਜੀ ਕਿਰਪਾ ਰਹਿਮਤ ਕਰਨ ਜੀ। ਇਤਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ। ਆਪ ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਕਾਗਰਤਾ ਦੇ ਨਾਲ ਗੁਰੂ ਦੇ ਬਚਨਾਂ ਨਾਲ ਸਾਂਝ ਪਾਈ ਹੈ। ਸੋ ਅੰਤ ਵਿੱਚ ਬੁਲਾਓ ਫਤਿਹ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।